ਗੁਰੂ ਰੂਪ ਸਾਧ ਸੰਗਤ ਜੀਓ, ਕੁਝ ਸਮਾਂ ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਭੇਟ ਕਰਾਂ। ਪੇਸ਼ਤਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਧਰਤੀ ਤੇ ਅਸੀਂ ਜੀ ਰਹੇ ਹਾਂ, ਇਸ ਧਰਤੀ ਤੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵਨ ਤਿੰਨ ਤਰ੍ਹਾਂ ਦਾ। ਇਹਨੂੰ ਤਿੰਨ ਹਿੱਸਿਆਂ ਵਿੱਚ ਗੁਰਬਾਣੀ ਨੇ ਵੰਡਿਆ: ਪਸ਼ੂ, ਮਨੁਸ਼, ਦੇਵਤੇ। ਪਸ਼ੂ ਜੋ ਤਨ ਦੇ ਤਲ ਤੇ ਜੀ ਰਹੇ ਨੇ, ਮਨੁਸ਼ ਜੋ ਮਨ ਦੇ ਤਲ ਤੇ ਜੀ ਰਿਹਾ। ਮਨੁਸ਼ ਸ਼ਬਦ ਵੀ ਇੱਥੋਂ ਹੀ ਬਣਿਆ, ਜਿਹਦਾ ਮਨ ਕੰਮ ਕਰਦਾ ਹੈ। ਔਰ ਜੋ ਆਤਮਾ ਦੇ ਤਲ ਤੇ ਜੀ ਰਿਹਾ, ਤਨ ਮਨ ਦੋਹਾਂ ਤੋਂ ਉੱਚਾ ਚਲਾ ਗਿਆ, ਉਹਨੂੰ ਫਰਿਸ਼ਤਾ ਆਖਿਆ ਗਿਆ, ਉਹਨੂੰ ਦੇਵਤਾ ਆਖਿਆ ਗਿਆ। ਪਸ਼ੂ ਜੋ ਪਾਸ਼ ਦੇ ਵਿੱਚ ਪਛੜਿਆ ਹੋਇਆ ਹੈ, ਮਨ ਤੋਂ ਥੱਲੇ ਹੈ। ਦੇਵਤਾ ਜਿੱਥੇ ਦਿਵੇ ਸ਼ਕਤੀ ਦੀਵਾ ਜਲਿਆ, ਚਾਨਣਾ ਹੋ ਗਿਆ, ਇਹਨੂੰ ਇਸਲਾਮ ਕਹਿੰਦਾ ਫਰਿਸ਼ਤੇ ਨੂਰ ਤੋਂ ਬਣੇ ਨੇ, ਫਰਿਸ਼ਤੇ ਨੂਰੀ ਨੇ। ਭਾਵ ਜੋ ਆਤਮਾ ਦੇ ਤਲ ਤੇ ਜੀ ਰਹੇ ਨੇ। ਮਨੁਸ਼ ਮਨ ਦੇ ਤਲ ਤੇ ਜੀ ਰਹੇ। ਹੁਣ ਮੈਂ ਅਰਜ਼ ਕਰਾਂ, ਪਸ਼ੂ ਕਰੀਬਨ ਸੁਖੀ ਨੇ, ਦੁੱਖ ਨੂੰ ਮਹਿਸੂਸ ਕਰ ਸਕਣ ਐਸਾ ਉਹਨਾਂ ਕੋਲ ਮਨ ਹੀ ਨਹੀਂ ਹੈ। ਫਿਰ ਉਹਨਾਂ ਦੇ ਉੱਤੇ ਸਮਾਜਿਕ, ਰਾਜਨੈਤਿਕ ਔਰ ਆਰਥਿਕ ਕਿਸੇ ਪ੍ਰਕਾਰ ਦੀਆਂ ਜ਼ਿੰਮੇਵਾਰੀਆਂ ਵੀ ਨਹੀਂ ਨੇ। ਇਸ ਵਾਸਤੇ ਪਸ਼ੂ ਤਣਾਅ ਰਹਿਤ ਹੁੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪੰਛੀਆਂ ਬਾਰੇ ਤਿਲੰਗ ਰਾਗ ਦੇ ਵਿੱਚ ਬੜਾ ਸੁੰਦਰ ਸ਼ਬਦ ਉਚਾਰਨ ਕਰਦੇ ਨੇ: ਪਰਿੰਦੇ ਨਾ ਗਿਰੇ ਜ਼ਰ, ਦਰਖਤ ਆਬ ਆਸ ਕਰ, ਦੇਹੰਦ ਸੋਹੀ ਏਕ ਤੋਂ ਹੀ, ਏਕ ਤੋਂ ਹੀ। ਤਿਲੰਗ ਮੱਲਾ ਪਹਿਲਾ। ਮਹਾਰਾਜ ਕਹਿੰਦੇ ਨੇ, ਸ਼ਾਮ ਨੂੰ ਪੰਛੀ ਆਪਣੇ ਆਲਣਿਆਂ ਦੇ ਵਿੱਚ ਆ ਰਹੇ ਨੇ, ਗੀਤ ਗਾਉਂਦੇ ਹੋਏ, ਚਹਿਚਹਾਉਂਦੇ ਹੋਏ। ਹਾਲਾਂਕਿ ਇਹਨਾਂ ਪੰਛੀਆਂ ਕੋਲ ਕੱਲ ਵਾਸਤੇ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਪਰਿੰਦੇ ਨਾ ਗਿਰੇ ਜ਼ਰ, ਨਾ ਕੱਲ ਵਾਸਤੇ ਕੋਈ ਉਹਨਾਂ ਕੋਲ ਸੰਪਦਾ ਹੈ, ਨਾ ਦਾਣਾ ਦੁਣਕ ਹੈ, ਨਾ ਘੌਂਸਲੇ ਦੇ ਚ ਹੈ, ਨਾ ਉਹਨਾਂ ਦੇ ਕੋਲ ਹੈ। ਫਿਰ ਵੀ ਗੀਤ ਗਾਉਂਦੇ ਹੋਇਆ ਸ਼ਾਮ ਨੂੰ ਘੌਂਸਲਿਆਂ ਦੇ ਚ ਪਹੁੰਚੇ ਨੇ। ਰਾਤ ਦਾ ਪਹਿਲਾ ਪਹਿਰ ਸਮਾਪਤ ਹੋਇਆ, ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ ਨੇ। ਰਾਤ ਦਾ ਚੌਥਾ ਪਹਿਰ ਜੈਸੇ ਆਰੰਭ ਹੋਇਆ, ਇਹ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠਦੇ ਨੇ, ਚਹਿਚਹਾਉਂਦਿਆਂ ਉੱਠ ਬੈਠਦੇ ਨੇ। ਚਾਨਣਾ ਹੋ ਗਿਆ, ਪੂਰਾ ਪ੍ਰਕਾਸ਼ ਹੋ ਗਿਆ। ਗੀਤ ਗਾਉਂਦਿਆਂ ਹੋਇਆਂ ਘੌਂਸਲਿਆਂ ਚੋਂ ਨਿਕਲ ਪੈਂਦੇ ਨੇ, ਦਿਨ ਭਰ ਰਿਜ਼ਕ ਦੀ ਤਲਾਸ਼ ਕਰਦੇ ਨੇ, ਦਾਣਾ ਦੁਣਕਾ ਲੱਭਦੇ ਨੇ। ਫਿਰ ਸ਼ਾਮ ਨੂੰ ਆ ਰਹੇ ਨੇ ਗੀਤ ਗਾਉਂਦਿਆਂ। ਫਿਰ ਪਹਿਲਾ ਪਹਿਰ ਸਮਾਪਤ ਹੁੰਦਿਆਂ ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ ਨੇ। ਫਿਰ ਰਾਤ ਦਾ ਚੌਥਾ ਪਹਿਰ ਆਰੰਭ ਹੁੰਦਿਆਂ, ਪ੍ਰਭਾਤ ਹੁੰਦਿਆਂ ਉੱਠ ਬੈਠੇ ਨੇ ਗੀਤ ਗਾਉਂਦਿਆਂ ਗਾਉਂਦਿਆਂ। ਫਿਰ ਚਾਨਣਾ ਹੁੰਦਿਆਂ ਗੀਤ ਗਾਉਂਦਿਆਂ ਗਾਉਂਦਿਆਂ ਰਿਜ਼ਕ ਦੀ ਤਲਾਸ਼ ਦੇ ਵਿੱਚ ਨਿਕਲ ਪਏ ਨੇ।
ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਸ਼ਾਮ ਨੂੰ ਮਨੁੱਖ ਆਪਣੇ ਘਰ ਆਉਂਦਾ ਹੈ। ਹਜ਼ਾਰਾਂ ਤਰ੍ਹਾਂ ਦੇ ਗਮ ਲੈ ਕੇ ਰਾਤ ਨੂੰ ਸੌਂਦਾ ਹੈ। ਹਜ਼ਾਰਾਂ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲੈ ਕੇ ਸਵੇਰੇ ਘਰੋਂ ਨਿਕਲਦਾ ਹੈ। ਫਿਰ ਬੇਸ਼ੁਮਾਰ ਤਰ੍ਹਾਂ ਦਾ ਤਣਾਅ ਲੈ ਕੇ ਸ਼ਾਮ ਨੂੰ ਫਿਰ ਵਾਪਸ ਆਉਂਦਾ ਹੈ। ਪੰਛੀਆਂ ਕੋਲ ਕੱਲ ਵਾਸਤੇ ਕੁਝ ਵੀ ਨਹੀਂ, ਬੇਸ਼ਤਰ ਮਨੁੱਖਾਂ ਕੋਲ ਇਤਨਾ ਹੈ ਕਿ ਉਹਨਾਂ ਦੀਆਂ 7 ਪੀੜ੍ਹੀਆਂ ਵੀ ਖਾ ਲੈਣ, ਫਿਰ ਵੀ ਰੋਂਦੇ ਹੋਏ ਆਉਂਦੇ ਨੇ, ਗਮਗੀਨ ਹੋ ਕੇ ਸਵੇਰੇ ਉੱਠਦੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਘਰੋਂ ਨਿਕਲਦੇ ਨੇ। ਮਹਾਰਾਜ ਕਹਿੰਦੇ ਨੇ, ਨਾ ਪੰਛੀਆਂ ਨੂੰ ਦੇਖ ਕੇ ਮੈਂ ਹੈਰਾਨ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ, ਹਉ ਬਲਹਾਰੀ ਤਿਨਾ ਪੰਛੀਆਂ, ਜੰਗਲ ਜਿੰਨਾ ਆਵਾਸ, ਕੱਕਰ ਚੁਗਨ ਥਲ ਵਸਨ, ਰੱਬ ਨਾ ਛੋੜਨ ਪਾਸ। ਪਸ਼ੂ ਕਰੀਬਨ ਕਰੀਬਨ ਸੁਖੀ ਨੇ, ਦੇਵਤੇ ਆਨੰਦਿਤ ਨੇ, ਦੁਖੀ ਕੇਵਲ ਮਨੁੱਖ ਹੈ, ਸਿਰਫ ਮਨੁੱਖ। और जितना सियाणा मनुख है उतना ही ज्यादा दुखी है। कारण जो कुछ कोल है ਇਹਦੇ ਨਾਲ ਤੇ ਸੁਖ ਮਿਲਿਆ ਨਹੀਂ, ਸਿਰਫ ਲੋੜਾਂ ਦੀ ਪੂਰਤੀ ਹੈ। ਸੁਖ ਕਿਵੇਂ ਮਿਲਣਾ ਹੈ ਇਹਦਾ ਪਤਾ ਵੀ ਕੋਈ ਨਹੀਂ, ਤੋ ਦੁਖੀ ਕੇਵਲ ਮਨੁੱਖ ਹੈ। और मैं अर्ज करा, जितना सियाणा मनुख होवेगा उतना ही ज्यादा दुखी होवेगा। जितना अचेत ते मूढ़ मनुख होवेगा उतना दुखी घट होवेगा। पशु सुख दे च जी रहे ने, देवते आनंद दे च जी रहे ने, दुख दे च केवल इंसान है, मनुख है। पशु बोर भी नहीं आउंदे, बेचैन भी नहीं आउंदे, पशु पागल भी नहीं आउंदे। हाँ, ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਮਨੁੱਖਾਂ ਦੇ ਨਾਲ ਰਹਿਣਾ ਪੈਂਦਾ ਹੈ ਤੇ ਮਨੁੱਖ ਉਹਨਾਂ ਦੀ ਸੁਤੰਤਰਤਾ ਦੇ 'ਚ ਵਾਧਾ ਖੜੀ ਕਰ ਦਿੰਦਾ। ਉਹ ਕਦੀ ਕਦੀ ਪਾਗਲ ਹੋ ਜਾਂਦੇ ਨੇ, ਵਰਨਾ ਪਸ਼ੂ ਪਾਗਲ ਵੀ ਨਹੀਂ ਹੁੰਦੇ। ਪਸ਼ੂ ਸੁਖ ਦੇ 'ਚ ਜੀ ਰਹੇ ਨੇ, ਦੇਵਤੇ ਆਨੰਦ ਦੇ 'ਚ ਜੀ ਰਹੇ ਨੇ, दुखी केवल मनुख है, केवल इंसान है। महाराज ते इत्थे तक कहते ने, दुख कियां पंडां खुलियां, सुख नानक स्यो कोय। बड़े ध्यान नाल सरवण करना। हर बंदा दुखां दी पंड है और कुछ भी नहीं। जितने मनुख बैठे होन किधरे भी, बस सब दुखां दियां पंडां। दुख कियां पंडां खुलियां, सुख नानक स्यो कोय। महाराज कहते ने, एक एक पंड मैं खोल के वेखी है, सिवाय दुखां तो कुछ भी नहीं निकले। दूजे नूं खोलण दा ढंग की है, किवें खोलोगे पंड? एक तरीका है, तुसी किसे नूं अपना एक दुख सुणाओ, ਉਹ ਦੁੱਖਾਂ ਦੀ ਪੰਡ ਖੋਲ ਕੇ ਰੱਖ ਦਿੰਦਾ, ਆਪਣੇ ਸੈਂਕੜੇ ਦੁੱਖ ਸੁਣਾਉਂਦਾ, ਤੁਹਾਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ। ਹਕੀਕਤ ਹੈ। ਇਸ ਵਾਸਤੇ ਸਿਆਣਾ ਮਨੁੱਖ ਆਪਣਾ ਦੁੱਖ ਕਿਸੇ ਦੇ ਅੱਗੋਂ ਨਹੀਂ ਖੋਲਦਾ। ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ। ਕਿਉਂ? ਉਹਨੂੰ ਪਤਾ ਹੈ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ, 100 ਸੁਣਾਏਗਾ, ਇਹ ਵੀ ਚੁੱਪ ਨਹੀਂ ਕਰੇਗਾ। ਇੱਕ ਸੁਣਾ ਕੇ 100 ਦੁੱਖ ਮੈਂ ਹੋਰ ਸੁਣਾ, ਆਪਣੇ ਹਿਰਦੇ ਦਾ ਭਾਰ ਵਧਾਵਾਂ। ਸਿਆਣਾ ਮਨੁੱਖ ਕਿਸੇ ਕੋਲ ਦੁੱਖਾਂ ਦੀ ਪੰਡ ਨਹੀਂ ਖੋਲਦਾ। ਉਸਤਾਦ ਜ਼ੌਕ ਹੋਏ ਨੇ, ਉਹ ਕਹਿੰਦੇ ਨੇ, ਮੇਰੇ ਚਿਹਰੇ ਸੇ ਗਮ ਆਸ਼ਕਾਰਾ ਨਹੀਂ ਹੈ। ਕਹਿੰਦਾ ਮੈਂ ਦੁੱਖ ਨੂੰ ਕਦੀ ਮੱਥੇ ਤੇ ਪ੍ਰਗਟ ਨਹੀਂ ਆਉਣ ਦਿੱਤਾ। मेरे चेहरे से गम आशकारा नहीं है।
पर ये न समझ के ये गम का मारा नहीं है। डूबने को तो डूबे हम भी, लेकिन पहले साहिल को हमने पुकारा नहीं है। डुबया मैं भी हाँ, गोते मैं भी खादे ने, पर जोग कहंदे ने मैं इस तरह रोया पिटिया नहीं, मैं डुब गया जी, मैं मर गया जी, मैं डुब गया जी। कहंदा क्यों रोवां, सारे ही डुबदे पे, सारे ही डुबदे पे। डुबदे होया दे अगों की डुबण दा रोना रोना। गुरु नानक देव जी महाराज कहंदे ने हम देखां तैं डुबया ने, देखदे ਆਂ ਅਸੀਂ डुबे पए ने दुखां विच। दुखी केवल मनुख है, और जितना सियाणा मनुख है उतना ज्यादा दुखी है। ये सियाणे मनुख की पहचान है। जितना सियाणा होवेगा उतना दुखी होवेगा। एक होर नुकता भी सरवण कर लेना। परमात्मा की तरफ मनुख चलेगा किस तो प्रेरणा लेके, किथों प्रेरणा लेगा? धार्मिक अनुभवी पुरुष कहते ने 99% मनुख परमात्मा की प्रेरणा दुखां तो लैंदा है, दुख तो। अगर ये जीवन सुखमयी है तो फिर परमात्मा की कोई लोड़ भी नहीं है। फिर की लोड़ है चिंतन करने की? जितना सियाणा मनुख होवेगा उतना उसनों दुख अनुभव होवेगा। दुख ही उसनों प्रेरेगा प्रभु चिंतन ते। ये भी मैं अर्ज करा, संसारी लोड़ां दी पूर्ति हो गई, संसारिक सुख ते कई दफा रोक देंदे ने। ये संसारिक सुख महात्मा बुद्ध कोल बहुत ज्यादा सन। सिद्धार्थ आखिर राजे दा इकलौता लड़का सी, ऐसा की कुछ सी जो उहदे कोल नहीं सी, पर हिरदा दुख दी चोट खा गया। एक दिन एक बीमार नूं देखिया, एक दिन एक बुढ़े नूं देखिया, एक दिन इसने एक लाश देख ली, हिरदा चोट खा गई। उन्होंने भी दिस पिया मैं भी बीमार हो सकदा, मैं भी बुढ़ा हो सकदा, मैं भी मरना है। दुखां दे सिरमौर दुख मौत। साडे देश दे ऋषि मुनिया ने 3 ही दुख मने ने, जन्म, बुढ़ेपा ते मरण। बाकी सारे दुख इन्हां 3 दुखां दी छाया ने। प्रथम केड़ा दुख? जन्म, दूसरा बुढ़ेपा, तीसरा मरण। भगत जयदेव जी का पदा है बड़ा कीमती, गुरु ग्रंथ साहब जी महाराज दे। वो कहते नदानोद जस सिमरणे न जन्म जराद मरण भयं। नहीं होंदा जेदे सिमरन करन नाल जन्म दा दुख, बुढ़ेपे दा दुख, मरण दा दुख। 3 दुख मन्ने। बाकी सारे दुख इन्हां 3 दुखां दियां छाया ने। अगर जन्म हो गया तो हुण सारे दुख इकट्ठे होणगे, बुढ़ेपा भी होवेगा, मरना भी होवेगा, और हजारां दुख इकट्ठे होणगे। तो दुखां दा मूल कारण मनिया जन्म। वो मनुख सुपने च भी कदी धार्मिक नहीं हो सकदा जो जीवन भर जन्म दिन मनांदा है ते जन्म नूं खुशी मनदा है। वो धार्मिक नहीं हो सकता। पश्चिमी सभ्यता का असर है। जन्म दुख है, जीवन दुख है, मरण दुख है। धन गुरु नानक देव जी महाराज फरमान करते ने, नानक बद्धा घर तहां जिथे मिरत ना जन्म जरा। असी अपना घर उत्थे बनाया है जिथे जमना कोई नहीं, बुढ़ेपा कोई नहीं, मरना भी कोई नहीं।
ਇਹ ਜੀਵਨ ਮਿਲਿਆ ਪਰਮ ਜੀਵਨ ਦੀ ਪ੍ਰਾਪਤੀ ਲਈ। ਇਹ ਜੀਵਨ ਮਿਲਿਆ ਉਸ ਜੀਵਨ ਦੀ ਪ੍ਰਾਪਤੀ ਲਈ ਜਿਸ ਜੀਵਨ ਦੇ ਵਿੱਚ ਜਨਮ ਮਰਨ ਬੁਢੇਪਾ ਨਹੀਂ ਹੈ, ਸਾਰੇ ਦੁੱਖ ਨਹੀਂ ਹੈ। ਕਿਸ ਜੀਵਨ ਦੇ ਤੇ ਹਨ? ਸਰੀਰ ਰੋਗਾਂ ਦੀ ਖਾਣ ਹੈ, ਮਨ ਸੋਗਾਂ ਦੀ ਖਾਣ ਹੈ। ਮਨ ਦੇ ਚ ਸੋਗ ਹੈ, ਤਨ ਦੇ ਚ ਰੋਗ ਨੇ। ਮੇਰੇ ਸਮੇਤ ਆਪ ਜਿਤਨੇ ਬੈਠੇ ਕਿਸੇ ਨੂੰ ਤੰਦਰੁਸਤ ਨਾ ਸਮਝ ਲੈਣਾ, ਗੁਰਬਾਣੀ ਨਹੀਂ ਮੰਨਦੀ। ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਦਰਅਸਲ ਰੋਗੀ ਸਾਰੇ ਨੇ। ਜਿੰਨੇ ਚਿਰ ਤੱਕ ਰੋਗ ਪੀੜਾ ਨਾ ਬਣੇ, ਅਸੀਂ ਰੋਗ ਨੂੰ ਰੋਗ ਮੰਨਦੇ ਹੀ ਨਹੀਂ। ਆਯੁਰਵੇਦ, ਯੂਨਾਨੀ ਤਿਬ, ਐਲੋਪੈਥੀ, ਹੋਮਿਓਪੈਥੀ, ਨੇਚਰਪੈਥੀ, ਪੀੜ ਦੁੱਖ ਨਾ ਬਣੇ, ਰੋਗ ਦੁੱਖ ਨਾ ਬਣੇ, ਰੋਗ ਪੀੜਾ ਨਾ ਬਣੇ, ਉਹ ਪੀੜਾ ਦਾ ਸਮਾਧਾਨ ਤੇ ਕਰਦੇ ਨੇ, ਰੋਗ ਦਾ ਨਹੀਂ। ਆਯੁਰਵੇਦ ਵੀ ਮੌਜੂਦ ਹੈ और एलोपैथी मौजूद है, होम्योपैथी मौजूद है, नेचरपैथी मौजूद है। मेडिकल स्टोर दवाइयां नाल भरे पए ने, मनुखां दे शरीर रोगां नाल भरे। जो जो दिसे सो सो रोगी, सारे ही रोगी ने। रोग दिखाई देवे भावे ना दिखाई देवे, तन रोगी है। और रोग वधदियां वधदियां एक दिन बुढ़ेपे विच प्रगट होएगा, बुढ़ेपा प्रबल रोग। और रोग वधदियां वधदियां एक दिन मौत दे विच प्रगट होवेगा। यह भी अगर अंदर रोग नहीं है तो मनुख बुढ़ा किस तरह हो जाता है, मर किस तरह जाता है? रोग ही तो वध रहे, दिखाई नहीं दे रहे। तन रोग है। गुरु नानक नहीं मनते कोई तन स्वस्थ हो सकता है। रोग ते मन सोग है, मन दे सोग ते चिंतावां ने। जिथे सारे तन रोगी ने, उथे सतगुरां दी बाणी कहंदी है सारियां दे मन दे चिंता है। चिंतत ही दिसे सब कोय, सारे ही चिंता तुर रहे। चिंता भविष्य दी आउंदी है और यादां भूतकाल दी आउंदियां ने। तन नूं भजन दौड़न वास्ते अस्थान चाहिदा है, स्पेस चाहिदा है। मन नूं भजन दौड़न वास्ते समा चाहिदा है, काल चाहिदा है। देश दे च भरमण करदा है तन, काल दे च भरमण करदा है मन। ध्यान नाल पकड़ना। मन नूं जगह नहीं चाहिदी, अस्थान नहीं चाहिदा। मन ते समय दे च भटकदा है। तन अस्थान दे च भटकदा है। तन नूं काम करन वास्ते जगह चाहिदी, स्पेस चाहिदा, देश चाहिदा, स्थान चाहिदा। दौड़न वास्ते, भजन वास्ते, काम करन वास्ते, बैठण वास्ते, उठण वास्ते, सौण वास्ते जगह चाहिदी है। मन अस्थान दे च नहीं दौड़दा, मन समय दे च दौड़दा है। किहड़े समय च दौड़दा है? दो समयां दे च। किहड़े दो समय? उंज समा इक्को ही है। मनुख करके समय दे तीन रूप बन जाते ने, भूत, भविष्य, वर्तमान, माजी, हाल, मुस्तकबिल। उंज समा केवल समा इक्को ही है। अगर मैं ना आवां तो फिर कोई भूतकाल नहीं है, कोई भविष्य नहीं है, सिर्फ वर्तमान रह जाएगा, जो है सो है। मनुख करके समय का विभाजन हो जाता है, समय के तीन रूप बन जाते हैं। मन समय दियां दो धारावां दे च भटकदा है। किहड़ियां? गुजरे हुए समय दियां यादां दे च, आने वाले समय की चिंता दे। या ते मनुख यादां दे च बैठा हुंदा है गुजरे हुए समय दी,
ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਬੈਠਾ ਹੁੰਦਾ। ਹਰ ਮਨੁੱਖ, ਹਰ ਮਨ ਸੋਗ ਦੇ ਵਿੱਚ। ਯਾਦਾਂ ਦੇ ਵਿੱਚ ਕੀ ਆਉਂਦਾ ਹੈ? ਕਿਹੜੀ ਗੱਲ ਯਾਦ ਕਰਦਾ ਹੈ? ਯਾਦਾਂ ਦੇ ਵਿੱਚ ਦੁੱਖ ਸੁੱਖ ਆਉਂਦਾ ਹੈ, ਹੋਰ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ। ਕੁਝ ਮਿਲਿਆ ਸੀ ਜਿਹਦੇ ਨਾਲ ਵਕਤੀ ਸੁੱਖ ਮਿਲਿਆ ਸੀ, ਯਾਦ ਆਉਂਦਾ ਹੈ। ਫਿਰ ਉਹ ਚਲਾ ਗਿਆ, ਵਿਛੜ ਗਿਆ। ਸਮੇਂ ਦੇ ਵਿੱਚ, ਕਾਲ ਦੇ ਵਿੱਚ ਜੋ ਕੁਝ ਵੀ ਮਿਲਦਾ ਹੈ ਵਿਛੜਦਾ ਹੈ। ਇਹ ਤਨ ਨਹੀਂ ਮਿਲਿਆ ਤੇ ਨਹੀਂ ਰਹੇਗਾ, ਬਾਕੀ ਕੀ ਰਹਿਣਾ ਹੈ। ਇਸ ਵਾਸਤੇ ਜੀਵਨ ਨੂੰ ਯਾਤਰਾ ਵੀ ਮੰਨਦੇ ਨੇ। ਯਾਤਰਾ ਦੇ ਵਿੱਚ ਕੀ ਹੁੰਦਾ? ਇੱਕ ਪੜਾਅ ਆਇਆ ਗਿਆ, ਦੂਜਾ ਪੜਾਅ ਆਇਆ ਗਿਆ, ਤੀਜਾ ਪੜਾਅ ਆਇਆ ਗਿਆ। ਜੀਵਨ ਭਰ ਕੀ ਹੁੰਦਾ ਹੈ? ਮਿਲਣਾ ਵਿਛੜਨਾ, ਮਿਲਣਾ ਵਿਛੜਨਾ, ਮਿਲਣਾ ਵਿਛੜਨਾ। ਕੁਛ ਮਨ ਭਾਵਦਾ ਮਿਲਿਆ ਸੀ, ਮਿਲ ਕੇ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ, ਫਿਰ ਵਿਛੜ ਗਿਆ। ਕਿਉਂਕਿ ਸਮੇਂ ਦੇ ਵਿੱਚ ਜੋ ਕੁਝ ਵੀ ਮਿਲਦਾ ਹੈ ਸਦੀਵੀ ਨਹੀਂ ਹੈ। ਕਾਲ ਦੇ ਵਿੱਚ ਜੋ ਕੁਝ ਵੀ ਮਿਲਦਾ ਹੈ ਕਾਲ ਖਾ ਜਾਂਦਾ ਹੈ, ਕਾਲ ਮਿਟਾ ਦਿੰਦਾ, ਸਮਾਂ ਮਿਟਾ ਦਿੰਦਾ। ਸਦੀਵੀ ਕੁਝ ਵੀ ਨਹੀਂ ਹੈ, ਮਿਲਦਾ ਵਿਛੜਦਾ। ਕੁਛ ਮਨ ਭਾਵਦਾ ਮਿਲਿਆ ਸੀ, ਮਿਲ ਕੇ ਬੜੀ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ, ਫਿਰ ਵਿਛੜ ਗਿਆ। ਵਿਛੜ ਕੇ ਬੜੀ ਚੋਟ ਲੱਗੀ, ਦੁੱਖ ਹੋਇਆ, ਯਾਦ ਆਉਂਦਾ ਹੈ। ਮਨੁੱਖ ਦੁੱਖ ਸੁੱਖ ਦੀਆਂ ਯਾਦਾਂ 'ਚ ਬੈਠਾ ਹੁੰਦਾ, ਔਰ ਕੁਝ ਵੀ ਨਹੀਂ। ਫਿਰ ਮਨ ਚਲਾ ਜਾਂਦਾ ਹੈ ਭਵਿਸ਼ ਦੀ ਚਿੰਤਾ 'ਚ। ਚਿੰਤਾ ਕਿਹੜੀ ਗੱਲ ਦੀ? ਹੁਣ ਜੋ ਕੁਝ ਕੋਲ ਹੈ ਕਿਧਰੇ ਵਿਛੜ ਨਾ ਜਾਏ। ਹੁਣ ਮੈਂ ਜੋ ਕੁਝ ਚਾਹੁੰਦਾ ਐਸਾ ਨਾ ਹੋਵੇ ਕਿਧਰੇ ਨਾ ਮਿਲੇ। ਚਿੰਤਾ। ਮਨੁੱਖ ਦੁੱਖ ਸੁੱਖ ਦੀਆਂ ਯਾਦਾਂ ਦੇ 'ਚ ਬੈਠਾ ਹੈ। ਅੱਖਾਂ ਦੱਸ ਦਿੰਦੀਆਂ, ਚਿਹਰਾ ਦੱਸ ਦਿੰਦਾ ਹੈ। ਮਨੁੱਖ ਭਵਿਸ਼ ਦੀ ਚਿੰਤਾ ਦੇ 'ਚ ਬੈਠਾ ਹੈ, ਮੱਥਾ ਦੱਸ ਦਿੰਦਾ ਹੈ। ਠੀਕ ਹੈ, ਪਾਠ ਕਰਦਾ ਪਿਆ ਹੋਵੇ, ਸਿਆਣੇ ਨੇ ਕਹਿ ਦੇਣਾ ਚਿੰਤਾ 'ਚ ਬੈਠਾ ਹੈ। ਠੀਕ ਹੈ, ਮੰਦਰ ਮਸਜਿਦ ਗੁਰਦੁਆਰੇ ਬੈਠਾ ਹੋਵੇ, ਸਿਆਣੇ ਮਨੁੱਖ ਨੇ ਦੱਸ ਦੇਣਾ ਦੁੱਖ ਦੁੱਖ ਸੁੱਖ ਦੀਆਂ ਯਾਦਾਂ ਦੇ 'ਚ ਬੈਠਾ ਹੈ, ਹੋਰ ਕੁਝ ਵੀ ਨਹੀਂ, ਕੁਝ ਵੀ। ਮਨ ਵਰਤਮਾਨ ਦੇ 'ਚ ਆਉਂਦਾ ਹੀ ਨਹੀਂ। ਮਨ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ 'ਚ ਆਉਂਦਾ ਹੈ, ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ 'ਚ ਆਉਂਦਾ। ਇਸ ਸੰਬੰਧ 'ਚ ਅਕਸਰ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸ਼ਲੋਕ ਯਾਦ ਆ ਜਾਂਦਾ, ਆਪ ਨੂੰ ਸਰਵਨ ਕਰਾਵਾਂ। ਸਤਿਗੁਰੂ ਕਹਿੰਦੇ ਨੇ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਜੇਕਰ ਅਨਹੋਣੀ ਹੁੰਦੀ ਹੋਵੇ ਤਾਂ ਕਰੋ। ਇਹ ਕਹਿ ਰਹੇ ਨੇ ਸਤਿਗੁਰੂ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਵੇ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਚਿੰਤਾ ਦੇ ਮੂਲ ਦੋ ਕਾਰਨ ਮੈਂ ਫਿਰ ਬਿਆਨ ਕਰਾਂ। ਪਹਿਲਾ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਹੁੰਦਾ ਜਗਤ ਨਾਲ ਹੋਵੇ ਪਿਆ, ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਪਰ ਅੰਦਰ ਚਿੰਤਾ ਬਣੀ ਹੋਈ ਹੈ, ਕਿਧਰੇ ਹੋ ਨਾ ਜਾਏ, ਹੋ ਨਾ। ਆਪ ਸਿਆਣੇ ਉਮੀਦ ਇਹ ਗੱਲ ਪਕੜੇ ਚਾਹੀ। ਕਬੀਰ ਕਹਿੰਦੇ ਨੇ, ਪਾਰੋ ਸੀ ਕੇ ਜੋ ਹੁਆ ਤੂੰ ਆਪਣੇ ਵੀ। ਕਿਹੜੇ ਚੱਕਰਾਂ 'ਚ ਪਿਆ? ਜੋ ਦੂਜੇ ਨਾਲ ਹੋਇਆ ਤੇਰੇ ਨਾਲ ਵੀ ਹੋਵੇਗਾ, ਤੇਰੇ ਨਾਲ ਵੀ ਹੋਵੇਗਾ। ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਦੂਜਾ ਬੁੱਢਾ ਹੋਇਆ, ਮੈਂ ਨਾ ਹੋਵਾਂ। ਦੂਜੇ ਦੀ ਅਰਥੀ ਨਿਕਲੀ ਹੈ, ਮੇਰੀ ਨਾ ਨਿਕਲੇ। ਕਬੀਰ ਕਹਿੰਦੇ ਨੇ, ਮੇਰੇ ਕੋਲ ਪੁੱਛ, ਪਾਰੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾ। ਕਿਹੜੇ ਚੱਕਰਾਂ 'ਚ ਪੈ? ਜੋ ਦੂਜੇ ਨਾਲ ਹੋਇਆ ਉਹੀ ਤੇਰੇ ਨਾਲ ਹੋਣਾ, ਉਹੀ ਤੇਰੇ ਨਾਲ। ਪਹਿਲਾ ਚਿੰਤਾ ਦਾ ਕਾਰਨ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਅੰਦਰ ਚਿੰਤਾ ਬਣੀ ਹੋਈ, ਕਿਧਰੇ ਹੋ ਨਾ ਜਾਏ, ਹੋ ਨਾ ਜਾਏ। ਦੂਸਰਾ ਚਿੰਤਾ ਦਾ ਕਾਰਨ,
ऐसा होना चाहिए, मैं चाहना, मेरी इच्छा है, मेरी कामना है, ऐसा होना चाहिए। पर अंदर चिंता शायद ना होवे, ना होवे। ऐसा चाहना मैं, ऐसा होना चाहिए, अंदर चिंता है, अथा ना होवे। गुरु तेग बहादुर साहब जी कहते ने, जो होंदा है वो होंदा है, जो नहीं होंदा वो नहीं होंदा। अनहोनी किसे नाल नहीं होंदी, होनी होंदी है, चिंता क्यों करदा। गल इतनी है, चिंता तां की कीजिए जो अनहोनी होए। ए मार्ग संसार को नानक थिर नहीं कोय। दिन होया होना ही सी, रात होई है होनी सी। और सुन लो, जन्म होया है होना ही सी, मरण होया है होना ही सी। सुख मिले है मिलना ही सी, दुख मिले है मिलना ही सी। हुण मैं अर्ज करा, परमात्मा दे मार्ग ते मनुख परमात्मा दे ज्ञान करके नहीं चलता। बड़ा ये जरूरी नुकता अगर थोड़ी समझ च आ गया तो धर्म की बहुत बारीक गल थोड़ी पकड़ दे आ जाएगी। परमात्मा दे ज्ञान करके कोई परमात्मा दे मार्ग ते नहीं चलता। क्यों? परमात्मा ते परमात्मा दा ज्ञान दोवें कट्ठे मिलते ने। ये नहीं ज्ञान अज मिलिया ते भगवान कल मिलेगा, भगवान अज मिलिया ते ज्ञान उसका कल मिलेगा, इस तरह नहीं है। ब्रह्म दा ज्ञान दोवें कट्ठे मिलते हैं। कोई मनुख ये आखे धुप ते निकली है, चानना ते बड़ा है, पर कमाल की गल है सूरज ते निकलिया ही नहीं। सूरज नूं दिनकर कहते हैं, सूरज निकलिया तो दिन भी निकले, तो दिनकर है। ये किस तरह हो सकता है सूरज निकलिया ते दिन नहीं है? कोई ये आखे दिन ते बड़ा उज्जल है, दिन ते हो गया, चानना ते बड़ा है, पर कमाल है सूरज ते निकलिया ही नहीं, उदय ही नहीं होया। या कोई इंज आखे सूरज ते सिर ते खड़ा है, पर कमाल दी गल चानना ते है ही कोई नहीं, दिन ते है ही कोई नहीं। सूरज है तो दिन भी है, दिन है तो सूरज ही है। भगवान है तो ज्ञान भी है, ज्ञान है तो भगवान भी है। दोवें कट्ठे प्रगट होंदे ने, अगे पिछे नहीं होंदे। उम्मीद है गल पकड़ते चाहिए होवे। ज्ञान करके कोई भगवान दे मार्ग ते नहीं चलता। ज्ञान ते भगवान ते दोवें कट्ठे मिलते हैं। अक्षरी ज्ञान जो मैं थानू कथा सुना रहा है, इनू अनुभवी ज्ञान ना समझ लेना। अक्षरी ज्ञान इहदे नाल जिंदगी चलती तो है, बदलती कोई नहीं। ये भी मैं थोड़े जिहे इशारे मिल जाते हैं, थोड़े जिहे इशारे मिल जाते हैं। किसी वक्त खुलासा कर देंगा, अनुभवी ज्ञान ते अक्षरी ज्ञान दे जमीन आसमान का फर्क है। अक्षरी ज्ञान बाहरों पढ़ पढ़ के इकट्ठा किया होता है, अनुभवी ज्ञान साधना करके अंदर तो बाहर प्रगट होता। अक्षरी ज्ञान हौज का पानी है, बाहरों पानी इकट्ठा करके हौज दे इकट्ठा किया, टंकी भरी है। अनुभवी ज्ञान इस तरह जिमें पहाड़ का सीना चीर के झरना निकले, निर्मल धारा, वो जीवन को बदल के रख देता है। क्यों? वो ज्ञान भगवान को प्रगट कर देता है। भगवान को की प्रगट करता है? इंसान को ही भगवान बना देता है। मनुख ही रब की मूर्ति हो जाता है। तो जे ज्ञान करके मनुख भगवान दे मार्ग ते नहीं चलता, तो प्रेरणा कित्थों मिलती है? प्रेरणा दुख तो मिलती है, मौत तो मिलती है, और किसी तो नहीं। इस वास्ते गुरु नानक देव जी महाराज कहते हैं, परमात्मा नूं तू बाद दे च कबूल कर, मरना पहले कबूल कर। पहला मरण कबूल, जीवन की छड़ आस, होए सबन की रेन का, तो आओ हमारे पास। जिन्हों अपना काल कबूल नहीं, अकाल नाल जुड़ नहीं सकता। जिन्हों अपना अंत नहीं दिखाई देता, उसनों बेअंत भी नहीं दिखाई देगा। बेअंत दे दर्शन उसनों होंदे ने जिसनों पहले अपना अंत दिखाई देता है।
ਅਕਾਲ ਵਿੱਚ ਉਹ ਲੀਨ ਆਉਂਦਾ ਹੈ ਜਿਹਨੂੰ ਪਹਿਲੇ ਆਪਣਾ ਕਾਲ ਦਿਖਾਈ ਦਿੰਦਾ ਹੈ। ਮੈਂ ਅਰਜ਼ ਕਰਾਂ, ਕੋਈ ਨਿਕਟਵਰਤੀ ਸੰਬੰਧੀ ਅਜ਼ੀਜ਼ ਅਕਾਰਬ ਜਿਸ ਦਿਨ ਚਲਾਣਾ ਕਰ ਜਾਂਦਾ ਹੈ, ਮਨੁੱਖ ਸ਼ਮਸ਼ਾਨ ਦੇ 'ਚ ਬੈਠਾ ਹੁੰਦਾ ਹੈ, ਉਹ ਮੌਤ ਨਿਕਟਵਰਤੀ ਦੀ ਆਉਂਦੀ ਹੈ, ਹਿਰਦੇ ਨੂੰ ਨਿਰਮਲ ਕਰ ਦਿੰਦੀ ਹੈ। ਨਾ ਹਿਰਦੇ 'ਚ ਉਸ ਵਕਤ ਲੋਭ ਆਉਂਦਾ ਹੈ, ਨਾ ਕ੍ਰੋਧ ਆਉਂਦਾ ਹੈ, ਨਾ ਵਾਸ਼ਨਾ ਆਉਂਦੀ ਹੈ, ਨਾ ਅਹੰਕਾਰ ਆਉਂਦਾ ਹੈ। ਬੈਰਾਗ ਹੀ ਬੈਰਾਗ ਹੁੰਦਾ ਹੈ ਸ਼ਮਸ਼ਾਨ ਘਾਟ ਵਿੱਚ। ਪਰ ਇਹ ਬੈਰਾਗ ਸਿਰਫ ਵਕਤੀ ਆਉਂਦਾ ਹੈ। ਦੂਜੇ ਦੀ ਮੌਤ ਨੇ ਬੈਰਾਗ ਪੈਦਾ ਕਰ ਦਿੱਤਾ ਹੈ, ਹਿਰਦੇ ਨੂੰ ਸ਼ੁੱਧ ਕਰ ਦਿੱਤਾ ਹੈ ਕਿ ਜੇ ਕਿਧਰੇ ਆਪਣੀ ਮੌਤ ਦਿਖਾਈ ਦੇਵੇ, ਆਪਣੇ ਬਸ ਆਪਣਾ ਅੰਤ ਦਿਖਾਈ ਦੇਂਦਿਆਂ ਬੇਅੰਤ ਦੀ ਝਲਕ ਮਿਲ ਜਾਂਦੀ ਹੈ। ਆਪਣਾ ਕਾਲ ਦਿਖਾਈ ਦੇਂਦਿਆਂ ਅਕਾਲ ਨਾਲ ਸੁਰਤ ਜੁੜਦੀ ਹੈ। ਮਨੁੱਖ ਦੁੱਖ ਤੋਂ ਪ੍ਰੇਰਨਾ ਲੈਂਦਾ ਹੈ, ਮੌਤ ਤੋਂ ਪ੍ਰੇਰਨਾ ਲੈਂਦਾ ਹੈ, ਔਰ ਕਿਸੇ ਤੋਂ ਨਹੀਂ। ਇਹ ਵੀ ਮੈਂ ਅਰਜ਼ ਕਰਦਾ ਹਾਂ। ਇਸ ਵਾਸਤੇ ਦੁਨੀਆ ਦੇ ਪਹਿਲੇ ਅਵਤਾਰੀ ਪੁਰਸ਼ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜੋ ਕਹਿੰਦੇ ਨੇ ਦੁੱਖ ਦਾਰੂ ਸੁਖ ਰੋਗ ਭੈ। ਜਦ ਸੁਖ ਰੋਗ ਬਣ ਜਾਣ, ਸੁਖ ਹੰਕਾਰੀ ਬਣਾ ਦੇਵੇ, ਸੁਖ ਅਯਾਸ਼ ਬਣਾ ਦੇਵੇ, ਸੁਖ ਆਲਸੀ ਬਣਾ ਦੇਵੇ, ਫਿਰ ਦੁੱਖ ਹੀ ਬੰਦੇ ਨੂੰ ਸੁਚੇਤ ਕਰਦਾ ਹੈ, ਹੋਰ ਕੁਛ ਨਹੀਂ, ਹੋਰ ਕੁਛ ਨਹੀਂ। ਕਥਾ ਕੀਰਤਨ ਨਾਲ ਨਹੀਂ ਸੁਚੇਤ ਹੁੰਦਾ। ਮੰਦਰ ਮਸਜਿਦ ਗੁਰਦੁਆਰਿਆਂ ਦੇ ਧੂਆਂਧਾਰ ਸਤਸੰਗ ਹੋ ਰਹੇ ਨੇ, ਲੇਕਿਨ ਮਨੁੱਖ ਦੀ ਤਰਜ਼ੇ ਜ਼ਿੰਦਗੀ ਵੀ ਦਿਖਾਈ ਦੇ ਰਹੀ ਹੈ, ਕੁਛ ਵੀ ਨਹੀਂ। ਪ੍ਰੇਰਨਾ ਮੌਤ ਤੋਂ ਮਿਲਦੀ ਹੈ। ਗੁਰੂ ਵੀ ਕਹਿ ਰਹੇ ਨੇ, ਪਹਿਲਾ ਮਰਨ ਕਬੋ ਜੀਵਨ ਕੀ ਛੜਾਸ। ਤੋ ਖੈਰ ਮੈਂ ਅਰਜ਼ ਕਰ ਰਿਹਾ ਸੀ, ਇਸ ਜ਼ਮੀਨ ਦੇ ਉੱਤੇ ਤਿੰਨ ਤਰ੍ਹਾਂ ਦੀ ਜ਼ਿੰਦਗੀ ਹੈ, ਪਸ਼ੂ, ਮਨੁਸ਼, ਦੇਵਤੇ। ਪਸ਼ੂ ਕੇਵਲ ਪਸ਼ੂ ਨੇ, ਦੇਵਤਾ ਕੇਵਲ ਦੇਵਤਾ ਹੈ। ਪਸ਼ੂ ਸੁਖ ਦੇ 'ਚ ਜੀ ਰਹੇ ਨੇ, ਦੇਵਤੇ ਆਨੰਦ ਦੇ ਜੀ ਰਹੇ ਨੇ। ਮਨੁੱਖ ਦੇ 'ਚ ਤਿੰਨੇ ਹੀ ਸੰਭਾਵਨਾਵਾਂ ਛੁਪੀਆਂ ਹੋਈਆਂ ਨੇ। ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ, ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ, ਮਨੁੱਖ ਦੇਵਤੇ ਦੀ ਤਰ੍ਹਾਂ ਜੀ ਸਕਦਾ। ਇਸ ਵਾਸਤੇ ਕਈ ਦਫਾ ਅਸੀਂ ਕਹਿੰਦੇ ਹਾਂ ਇਹ ਮਨੁੱਖ ਨਹੀਂ ਹੈ, ਪਸ਼ੂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾ। ਔਰ ਐਸਾ ਵੀ ਅਸੀਂ ਕਹਿ ਦਿੰਦੇ ਹਾਂ ਇਹ ਮਨੁੱਖ ਨਹੀਂ, ਇਹ ਤੇ ਦੇਵਤਾ ਹੈ, ਇਹ ਤੇ ਫਰਿਸ਼ਤਾ ਹੈ। ਮਨੁੱਖ ਪਸ਼ੂ ਦੀ ਤਰ੍ਹਾਂ ਵੀ ਜੀ ਸਕਦਾ ਹੈ, ਮਨੁੱਖਤਾ ਤੋਂ ਥੱਲੇ ਵੀ ਗਿਰ ਸਕਦਾ ਹੈ। ਮਨੁੱਖ ਦੇਵਤਾ ਦੀ ਤਰ੍ਹਾਂ ਵੀ ਜੀ ਸਕਦਾ ਹੈ, ਮਨੁੱਖਤਾ ਤੋਂ ਉੱਪਰ ਵੀ ਉੱਠ ਸਕਦਾ ਹੈ। ਮਨੁੱਖ ਰੁਕਿਆ ਵੀ ਰਹਿ ਸਕਦਾ ਹੈ, ਮਨੁੱਖ ਮਨੁੱਖ ਦੀ ਤਰ੍ਹਾਂ ਵੀ ਜੀ ਸਕਦਾ ਹੈ। ਈਰਾਨੀ ਸੂਫੀ ਸੰਤ ਸਾਦੀ ਕਹਿੰਦੇ ਨੇ, ਅਗਰ ਇਨਸਾਨ ਭਗਵਾਨ ਦੀ ਤਰ੍ਹਾਂ ਨਹੀਂ ਜੀ ਸਕਿਆ तो कम से कम इंसान की तरह ते जीवे। इंसान रा इंसानियत लाजम अस्त, ऊद गर्बू न बाशद हैजम अस्त। कहंदा इंसान दे अंदर इंसानियत लाजमी चाहिए है। अगर खुशबू ही नहीं है तो चंदन नूं चंदन कहण दी की लोड़ है, ते लक्कड़ है। अगर इंसानियत ही नहीं है तो इंसान नूं इंसान कहण दी लोड़ की है, हैवान है, हैवान है। इस्लाम ने भी तीन तरह की जिंदगी मनी है, हैवान, इंसान, फरिश्ते। साडे देश दे भी तीन तरह की जिंदगी मनते हैं, पशु, मनुष्य, देवते। मनुष्य ते असी हो गए, लंबी चौड़ी यात्रा गुरबाणी दसदी है। मनुष्य ते असी हो गए, मौका सानू मिल गया। इनू एक होर रूप दे भी बयान करते हैं, पशु कोल तन ते है, विकसित मन नहीं है। कुछ रूहां पवित्र रूहां उन्हां कोल मन ते है, तन नहीं है। उन्होंने भी देवता कहते, उन्होंने भी फरिश्ता कहते। कुछ रूहां जो चंगियां ने उन्होंने फरिश्ता देवता कह देंदे ने, जो माड़ियां ने उन्होंने भूत प्रेत कह देंदे ने। कई कोट भूत प्रेत सूकर मिर्गा।
जैसे मनुखां दे कुछ चंगे मनुख ने, कुछ माड़े ने, और रूहां भी इस तरह ਦੀਆਂ ਨੇ। ਮਾਂ ਬਾਪ ਦਾ ਜੀਵਨ ਚੰਗਾ ਹੋਵੇ, ਸਮਾਜਿਕ ਜੀਵਨ ਚੰਗਾ ਹੋਵੇ, ਚੰਗੀਆਂ ਰੂਹਾਂ ਦੇ ਜਨਮ ਦੇ ਕਾਰਨ ਬਣ ਜਾਂਦਾ ਹੈ। ਸਮਾਜਿਕ ਜ਼ਿੰਦਗੀ ਬੜੀ ਭ੍ਰਸ਼ਟ ਹੋਵੇ ਤਾਂ ਭ੍ਰਸ਼ਟ ਰੂਹਾਂ ਦਾ ਜਨਮ ਹੁੰਦਾ ਹੈ। ਇਸ ਤਰ੍ਹਾਂ ਹੁੰਦਾ ਹੈ। ਮਾਂ ਦੇ ਸੰਸਕਾਰਾਂ ਨਾਲ ਰੂਹਾਂ ਦੇ ਸੰਸਕਾਰ ਮੇਲ ਖਾਣ, ਜਨਮ ਹੁੰਦਾ ਹੈ। ਪਸ਼ੂ ਕੋਲ ਤਨ ਹੈ, ਮਨ ਨਹੀਂ ਹੈ। ਦੇਵਤੇ ਕੋਲ ਵਿਕਸਤ ਮਨ ਤੇ ਹੈ, ਸਾਰੇ ਸੰਸਕਾਰ ਉਹਦੇ ਕੋਲ ਮੌਜੂਦ ਨੇ, ਗਿਆਨ ਹੈ। ਲੇਕਿਨ ਮੰਜ਼ਿਲ ਦੀ ਪੂਰਤੀ ਪ੍ਰਭੂ ਵਿੱਚ ਲੀਨ ਹੋ ਸਕੇ, ਜਿਹੜੀ ਸਾਧਨਾ ਰਹਿ ਗਈ ਹੈ, ਉਹਦੇ ਵਾਸਤੇ ਤਨ ਚਾਹੀਦਾ ਨਹੀਂ ਹੈ। ਦੇਵਤੇ ਕੋਲ ਮਨ ਹੈ, ਤਨ ਨਹੀਂ ਹੈ। ਕੇਵਲ ਮਨੁੱਖ ਹੈ, ਇਹਦੇ ਕੋਲ ਤਨ ਵੀ ਹੈ, ਮਨ ਵੀ ਹੈ। ਈਸ਼ਵਰ ਦੇ ਚ ਲੀਨ ਹੋਣ ਦਾ ਮੌਕਾ ਨਾ ਪਸ਼ੂ ਕੋਲ ਹੈ, ਨਾ ਦੇਵਤੇ ਕੋਲ ਹੈ, ਕੇਵਲ ਮਨੁੱਖ ਕੋਲ। ਬਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੀ ਤੇਰੀ, ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ। ਘਟ ਭੀਤਰ ਤੂੰ ਦੇਖ ਵਿਚਾਰ। ਦੁਨੀਆ ਭਰ ਦੇ ਅਵਤਾਰੀ ਪੁਰਸ਼ ਮਨੁੱਖ ਨੂੰ ਸਮਝਾਉਣ ਵਾਸਤੇ ਆਏ ਨੇ, ਕਿਧਰੇ ਪਿੱਛੇ ਨਾ ਮੁੜ ਜਾਏ। ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ, ਪਰ ਚੜਾਈਆਂ ਤੇ ਚਾੜਨਾ ਹੋਵੇ ਤਾਂ ਪ੍ਰੈਸ਼ਰ ਦੇਣਾ ਪਏਗਾ, ਉਂਝ ਨਹੀਂ। ਜ਼ਿੰਦਗੀ ਨਿਵਾਣ ਦੀ ਤਰਫ, ਪਸ਼ੂਆਂ ਦੀ ਤਰਫ ਆਪਣੇ ਆਪ ਜਾਂਦੀ ਹੈ। ਮਨੁੱਖ ਆਪਣੇ ਆਪ ਹੀ ਲੋਭੀ ਬਣ ਜਾਂਦਾ ਹੈ, ਕ੍ਰੋਧੀ ਬਣ ਜਾਂਦਾ ਹੈ, ਕਾਮੀ ਬਣ ਜਾਂਦਾ ਹੈ, ਹੰਕਾਰੀ ਬਣ ਜਾਂਦਾ ਹੈ। ਕੋਈ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ, ਕੋਈ ਫਿਲਸਫਾ ਪੜ੍ਹਨ ਦੀ ਲੋੜ ਨਹੀਂ, ਕੋਈ ਕਥਾ ਕਹਾਣੀਆਂ ਪੜ੍ਹਨ ਦੀ ਤੇ ਸੁਣਨ ਦੀ ਲੋੜ ਨਹੀਂ। ਮਨੁੱਖ ਆਪਣੇ ਆਪ ਹੀ ਹੰਕਾਰੀ ਹੋ ਜਾਂਦਾ। ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ। ਪਾਣੀ ਬੁਲੰਦੀਆਂ ਤੇ ਜਾ ਸਕੇ, ਪ੍ਰੈਸ਼ਰ ਚਾਹੀਦਾ ਹੈ। ਮਨੁੱਖ ਆਪਣੇ ਆਪ ਸੰਤ ਨਹੀਂ ਬਣ ਸਕਦਾ, ਭਗਤ ਨਹੀਂ ਬਣ ਸਕਦਾ, ਬ੍ਰਹਮ ਗਿਆਨੀ ਨਹੀਂ ਬਣ ਸਕਦਾ। ਸਤ ਸੰਗ ਦਾ ਸਹਾਰਾ ਚਾਹੀਦਾ ਹੈ। ਅਵਤਾਰਾਂ ਦਾ ਕਲਾਮ ਬਾਣੀ ਚਾਹੀਦੀ ਹੈ। ਕਥਾ ਕੀਰਤਨ ਦੀ ਸਾਧਨਾ ਚਾਹੀਦੀ ਹੈ। ਅੰਮ੍ਰਿਤ ਵੇਲੇ ਦਾ ਉੱਠਣਾ ਤੇ ਜਪ, ਇਹ ਸਾਰੇ ਸਾਧਨ ਚਾਹੀਦੇ ਨੇ, ਤਾਂ ਮਨੁੱਖ ਦੀ ਜ਼ਿੰਦਗੀ ਬੁਲੰਦੀਆਂ ਨੂੰ ਛੂਵੇਗੀ। ਅਜੋਕੇ ਸਮੇਂ ਵਿੱਚ ਇਹ ਖਿਆਲ ਹੀ ਦੁਨੀਆ 'ਚ ਹਟਦਾ ਜਾ ਰਿਹਾ। ਇਹ ਵੀ ਮੈਂ ਅਰਜ਼ ਕਰਾਂ, ਰੋਜ਼-ਰੋਜ਼ ਸੰਸਾਰ ਬੁਰਾ ਹੁੰਦਾ ਜਾ ਰਿਹਾ ਹੈ, ਬੁਰਾ। ਪਤਾ ਹੈ ਕਾਰਨ? ਦੋ ਨੁਕਤੇ ਬਿਆਨ ਕਰਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੇ, ਸਾਵਧਾਨ ਇਕਾਗਰ ਚੇਤ। ਬੜੀ ਸਾਵਧਾਨੀ, ਬੜੀ ਇਕਾਗਰਤਾ ਚਾਹੀਦੀ। ਪ੍ਰਭੂ ਦੀ ਉਸਤਤ ਕਰੋ। ਹੁਣ ਜਿਸ ਕਰਮ ਦੇ ਚ ਪੂਰਾ ਮਨ ਨਾ ਆਵੇ, ਉਹਦੇ ਸੰਸਕਾਰ ਨਹੀਂ ਬਣਦੇ। ਇਹ ਹਕੀਕਤ ਹੈ। ਪੂਰਾ ਮਨ ਨਾ ਹੋਵੇ, ਉਹਦਾ ਗਿਆਨ ਵੀ ਨਹੀਂ ਮਿਲਦਾ। ਔਰ ਧਿਆਨ ਤੇ ਗਿਆਨ ਦੋਵੇਂ ਇਕੱਠੇ ਜੁੜੇ ਹੋਏ ਨੇ। ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ। ਬਿਨਾਂ ਧਿਆਨ ਦੀ ਇਕਾਗਰਤਾ ਤੋਂ ਕਿਸੇ ਵੀ ਵਸਤੂ ਦਾ ਗਿਆਨ ਹਾਸਲ ਕਰਨਾ ਬੜਾ ਔਖਾ ਹੈ, ਔਖਾ ਹੈ। ਇਹ ਦੋ ਨੁਕਤੇ ਬੜੇ ਧਿਆਨ ਨਾਲ ਸੁਣਨਾ, ਅਭਿਆਸੀ ਸੱਜਣਾ ਦੇ ਕੰਮ ਆਉਣਗੇ। ਨਵੀਂ ਸਾਈਕਲ ਚਲਾਣੀ ਸਿੱਖਣੀ ਹੈ, ਬੜਾ ਧਿਆਨ ਹੈ, ਬੜੀ ਇਕਾਗਰਤਾ। ਕਿਉਂ? ਅਗਰ ਇਕਾਗਰਤਾ ਭੰਗ ਹੋ ਗਈ ਤਾਂ ਸਾਈਕਲ ਵੀ ਗਈ ਤੇ ਸਾਈਕਲ ਚਲਾਉਣ ਵਾਲਾ ਵੀ ਗਿਆ, ਲੱਤਾਂ ਬਾਹਾਂ ਟੁੱਟਣਗੀਆਂ। ਇਕਾਗਰਤਾ ਹੈ, ਸਾਵਧਾਨੀ ਹੈ। जैसे जैसे ध्यान की एकाग्रता ज्ञान बन जाती है, साइकिल चलाना आ जाता है, ध्यान बिखर जाता है। फिर तो हुण दूजे नाल गप्पां मारदे आ साइकिल चला रहा है। नवा नवा स्कूटर चलाना सीखना है, बड़ी ध्यान की एकाग्रता है। उन्हों पता है एकाग्रता मेरी भंग हो गई तो स्कूटर भी गया तो मैं भी गया, मेरी भी खैर कोई नहीं। बड़ी एकाग्रता है, बड़े ध्यान का टिकाव है। सहजे सहजे अभ्यास करदियां करदियां ध्यान ज्ञान बन गया है,
ਸਕੂਟਰ ਚਲਾਣਾ ਆ ਗਿਆ, ਹੁਣ ਧਿਆਨ ਬਿਖਰ ਗਿਆ, ਹੁਣ ਤੇ ਨਾਲ ਪਿੱਛੇ ਬੈਠੇ ਨਾਲ ਗੱਪਾਂ ਮਾਰਦਾ ਵਈ ਚਲਾਈ ਜਾ ਰਿਹਾ, ਧਿਆਨ ਬਿਖਰ ਗਿਆ। ਗਿਆਨ ਦੇ ਮਿਲਦਿਆਂ ਧਿਆਨ ਬਿਖਰ ਜਾਂਦਾ ਹੈ। ਨਵੀਂ ਨਵੀਂ ਕਾਰ ਚਲਾਣੀ ਸਿੱਖਣੀ ਹੈ, ਬੜੀ ਇਕਾਗਰਤਾ। ਕਿਸੇ ਗੁਰੂ ਪੀਰ ਪੈਗੰਬਰ ਨੂੰ ਆਖਣ ਦੀ ਲੋੜ ਨਹੀਂ ਬਈ ਇਕਾਗਰਤਾ, ਧਿਆਨ ਜੋੜੋ। ਧਿਆਨ ਆਪੇ ਹੀ ਜੁੜਦਾ ਹੈ, ਕਿਉਂਕਿ ਖਤਰਾ ਹੈ, ਡਰ ਹੈ। ਉਹਨੂੰ ਪਤਾ ਹੈ ਜੇ ਧਿਆਨ ਨਾ ਹੋਇਆ ਤੇ ਕਾਰ ਵੀ ਗਈ ਤੇ ਮੈਂ ਵੀ ਗਿਆ। तो बड़ी ध्यान की एकाग्रता है। सहजे सहजे ध्यान ज्ञान बन गया, कार चलाना आ गया, हुण ते टेप सुनदा होया जा रहा है, नाल फ्रंट सीट ते दूजा बैठा है, ਉਹਦੇ ਨਾਲ ਗੱਪਾਂ ਮਾਰਦਾ ਹੋਇਆ ਕਾਰ ਚਲਾ ਰਿਹਾ ਹੈ, ਧਿਆਨ ਵਿਖਰ ਗਿਆ। ਕਿਉਂ? ਧਿਆਨ ਗਿਆਨ ਬਣ ਗਿਆ, ਕਾਰ ਚਲਾਣਾ ਆ ਗਿਆ। ਅਗਰ ਇੱਕ ਦਫਾ ਪ੍ਰਭੂ ਨਾਮ ਦੇ ਚ ਧਿਆਨ ਜੁੜ ਜਾਏ, ਧਿਆਨ ਕਦੀ ਬਿਖਰਦਾ ਨਹੀਂ। क्यों? ज्ञान कदी पूरा नहीं होता। परमात्मा असीम है और इस सीमित जिंदगी दे उस असीम नूं पूर्ण तौर पर जानना औखा है, तो ज्ञान रोज रोज वधदा जा रहा, ध्यान हटदा ही नहीं। उम्मीद है गल पकड़ते चाहिए होवे। जगत दे किसी भी काम दे च ध्यान जोड़िए, ध्यान जद ज्ञान बन जाता है, ध्यान बिखर जाता है। प्रभु नाम दे च ध्यान जुड़िया, कदी बिखरदा नहीं, कदी भी नहीं। कारण ज्ञान कदी पूरा होंदा ही नहीं, होंदा ही नहीं। मैं देख के हैरान हाँ, कोई 50 टीके ने जपजी साहब दे, एक टीका दूजे नाल मेल नहीं खाता। निर्मलियां दा टीका है, उदासियां दा टीका है, संप्रदाइयां दा टीका है। फिर फरीदकोटियां दा टीका है, महाराजा फरीदकोट ने 13-14 ज्ञानियां तो करवाया सी। फिर प्रिंसिपल साहिब सिंह ने, भाई वीर सिंह ने, और इस तो इलावा संत विनोबा भावे ने भी जपजी साहब का टीका किया, आचार्य रजनीश ने भी किया, स्वामी कृष्णानंद ने भी किया। मेरे देखे 50 टीके ने। 5 साल मेहनत करके 16 पौड़ियां तक मैं टीका ते व्याख्या लिखिया सी, त्यों दी त्यों पई है जे, अगे चल नहीं सके। वो 50 ठीके आपस दे मेल नहीं खाते, एक भी मेल नहीं। उदासियां दा टीका निर्मलियां नाल मेल नहीं खांदा, निर्मलियां दा टीका फरीदकोटियां नाल मेल नहीं खांदा, ते फरीदकोटियां दा टीका भाई वीर सिंह नाल मेल नहीं खांदा, भाई वीर सिंह दा टीका प्रिंसिपल साहिब सिंह नाल मेल नहीं खांदा। सब अलग अलग ने। थोड़ा जिहा तार्किक मनुख यह आखेगा इन्हां सारियां च एक ठीक हो सकता है, सारे ने, क्योंकि सारियां दे अर्थ होर ने, व्याख्या होर एक ठीक हो सकता है, बाकी सारे गलत ने। अपनी तर्क बुद्धि करके भी 25 साल पहले मैं भी ऐसा सोचता सी कि सारे ठीक नहीं हो सकते, कोई एक ठीक होवेगा। आखिर सहजे सहजे गल पकड़ते चाही, सारे ही ठीक ने, सारे ठीक ने। जिसदा जितना गहरा ध्यान गया है, उहदे कोल उतना ज्ञान है, ते ज्ञान की कोई सीमा नहीं। आप अपनी बुध है जेती, वर्णत भिन्न भिन्न, तोय तेती, सारे ही ठीक ने, एक भी गलत नहीं। सारियां कोल सागर दा जल है, कोई लोटा भर के ले आया, कोई बाल्टी भर के ले आया, कोई डोल भर के ले आया, कोई गागर भर के ले आया, किसी कोल कौली है छोटी है, तो सारियां को सारे ही ठीक है, एक भी जो है गलत नहीं। ध्यान जैसे प्रभु दे नाम दे च जुड़दा है, ध्यान फिर हटदा ही नहीं। कबीर कहते हैं बिसरत ना ही मन ते हरि, भुलदा ही नहीं, हर वक्त उसे च ध्यान देना, बिसरत नहीं भुलता। सानू याद भी नहीं आता, आखिर सानू यही आख्या गया ना, याद करो। सारे दुनिया के अवतारां ने, पैगंबरां ने एक जबान होके आख्या है, याद करो, चेते करो, सिमरन करो। उर्दू च कहते हैं याद करो, पंजाबी च कहते हैं चेते करो, संस्कृत दे च कहते हैं सिमरन करो। किहदा सिमरन करिए?
किहनूं याद करिए जिन्हों भुल गए भुल गए। असी ईश्वर नूं गवाया नहीं, गवा नहीं सकते, भुलाया है, भुला सकते, भुल गए भुल गए। और जैसे ईश्वर भुले सारे दुखां दा जन्म आउंदा है। ये भी मैं अर्ज करा, सारे गुण मनुख दे गल जांदे ने। मन एक न चेतस मूड़ मना, हर बिसरत तेरे गुण गलिया। ईश्वर नूं भुला के कोई गुणवान नहीं हो सकता। अगर उहदे कोल गुण हैन भी दिखाई देंदे ने, वो सिर्फ कागजी फुल होणगे और कुछ भी नहीं होगा। ये भी मैं अर्ज करते हैं। तुद चित आए महा आनंदा, जिस विसरे सो मर जाए जी। ओदी याद महा आनंद नूं जन्म देंदी है। ओनू भुल जाण नाल सारे आनंद मर जांदे ने, सारे सुख मर जांदे ने। ओदी याद अपनी याद भुला देंदी है, तो अपने विच ते दुख है, रोग है, सोग है, ये सब खत्म हो जाता है, क्योंकि यादां च नहीं आउंदा। कहंदे ना रोग मिट गए, सोग मिट गए, मरना मिट गया। तन दे तल ते ना मरना मिटदा है, ना रोग मिटदा है। मन दे तल ते ना चिंतावां मिटदियां, ना सोग मिटदा है। बड़े ध्यान नाल सुन लेना। पर परमात्मा दी याद दे च परमात्मा ही रह जांदा, अपनी याद ते रहिंदी नहीं, गल खत्म। तो रोग भी मिट गया, सोग भी मिट गया, मरना भी मिट गया, परमात्मा ही परमात्मा, ईश्वर ही ईश्वर। थोड़े जिहड़े अभ्यासी होणगे जरूर उन्हां दी गल पकड़ दे च आ जाएगी। तुद चित आए महा आनंदा, जिस विसरे सो मर जाए जी। भाई साहब भाई नंद लाल धन गुरु गोबिंद सिंह जी महाराज दे 52 कवियां दे चों सिरमौर कवि और आत्म रसक भाई साहब भाई नंद लाल। उन्होंने अपनी बाणी च 2 सवाल कीते ने और 2 सवालों का जवाब भी खुद आप ही थल्ले लिखे है। गम चे बाशद, गम की है, दुख की है। तुसी सोचोगे ये भी कोई सवाल है? हर मनुख नूं पता है दुख की है। हर मनुख नूं ये ते पता है दुख है, हर मनुख नूं ये नहीं पता दुख क्यों है, दुख क्यों है। गम चे बाशद, गम की है। फिर कहंदे ने चीस्त शादी। शादी लफ्ज़ साडे देश दे आनंद कारज विवाह वास्ते वरतदे ने, जबकि ईरान दे च विवाह वास्ते नहीं है। विवाह वास्ते उन्हां कोल दूजा शब्द है निकाह। इस घर दे च निकाह है। शादी दा अर्थ है खुशी। ई दिल शाद अस्त, ये दिल बड़ा खुश है। ई दिल नाशाद अस्त, ये नाशाद है, खुश नहीं है। ई खाना शादी अस्त, इस घर दे बड़ी खुशी है। शाद दा अर्थ खुश, शादी दे अर्थ खुशी। आनंद कारज नहीं है। आनंद कारज विवाह वास्ते उन्हां कोल दूजा शब्द है निकाह। पर साडे देश दे मुगलों के लंबे दौर हुकूमत ने ये अल्फाज ते सानू दे दिते, पर चलदे चलदे अल्फाज अपने अर्थ बदल गए। नंदलाल पिछों गजनी तो आए सन, अफगानिस्तान दे सन, मादरी जबान भी पर्शियन सी। वो अपने अंदाज कहंदे ने चीस्त शादी खुशी की है, गम चे बाशद गम की है। भाई साहब आप ही दसते ने, थल्ले आप ही लिखते ने, गम चे बाशद गफलत अज यादे खुदा। सिर्फ परमात्मा नूं भुल जाना ही दुख है और कोई दुख नहीं। और ये इक्को ही दुख सारे दुखां नूं जन्म देंदा है। गुरु अर्जन देव जी महाराज कहंदे ने परमेश्वर ते भुलिया व्यापन सभे रो। ये इक्को ही दुख सारे दुखां नूं जन्म देंदा है। गम चे बाशद गफलत अज यादे खुदा। चीस्त शादी याद आबा मुनतहा। वो जो ला इंतहा परमात्मा है, ओदी याद ही महा आनंद है, सुख है।
ਉਹਨੂੰ ਭੁੱਲ ਜਾਣਾ ਹੀ ਮਹਾ ਦੁੱਖ ਹੈ। ਦੁਨੀਆ ਭਰ ਦੇ ਅਵਤਾਰੀ ਪੁਰਸ਼ਾਂ ਨੇ ਕਿਹਾ ਯਾਦ ਕਰੋ, ਚੇਤੇ ਕਰੋ, ਸਿਮਰਨ ਕਰੋ। ਮਨ ਉਹਦਾ ਸਿਮਰਨ ਕਰਦਾ ਹੈ ਮਨ ਜਿਸ ਤੋਂ ਪ੍ਰਭਾਵਿਤ ਹੋਵੇ। ਮਨ ਉਸ ਦੀ ਮੰਗ ਕਰਦਾ ਹੈ ਮਨ ਜਿਸ ਤੋਂ ਪ੍ਰਭਾਵਿਤ ਹੋਵੇ। ਮਨੁੱਖ ਉਸੇ ਦੀ ਪ੍ਰਾਪਤੀ ਵਾਸਤੇ ਸਮਾਂ ਕੱਢਦਾ ਹੈ ਜਿਸ ਤੋਂ ਪ੍ਰਭਾਵਿਤ ਹੋਵੇ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਨਹੀਂ ਯਾਦ ਕਰਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਵੀ ਨਹੀਂ ਕਰਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਉਹਦੀ ਪ੍ਰਾਪਤੀ ਵਾਸਤੇ ਸਮਾਂ ਕੱਢਣ ਦੀ ਕੀ ਲੋੜ ਹੈ। 24 ਘੰਟੇ ਮਨੁੱਖ ਧਨ ਵਾਸਤੇ ਸਮਾਂ ਕੱਢ ਸਕਦਾ ਹੈ, 24 ਘੰਟਿਆਂ 'ਚ 1 ਘੰਟਾ ਵੀ ਪ੍ਰਭੂ ਵਾਸਤੇ ਨਹੀਂ ਹੈ। ਮਨੁੱਖ ਸੰਸਾਰ ਦੇ ਪ੍ਰਭਾਵ ਹੇਠ ਜੀ ਰਿਹਾ ਹੈ, ਨਿਰੰਕਾਰ ਦੇ ਪ੍ਰਭਾਵ ਹੇਠ ਨਹੀਂ। ਪਰਿਵਾਰ ਦੇ ਪ੍ਰਭਾਵ ਹੇਠ ਜੀ ਰਿਹਾ ਹੈ, ਕਰਤਾਰ ਦੇ ਪ੍ਰਭਾਵ ਹੇਠ ਨਹੀਂ। ਦੇਖੋ, ਪਰਿਵਾਰ ਨੂੰ ਯਾਦ ਕਰਨਾ ਹੋਵੇ ਕਿ ਵਾਜਾ ਵਜਾਉਣ ਦੀ ਲੋੜ ਹੈ, ਤਬਲਾ ਖੜਕਾਉਣ ਦੀ ਲੋੜ ਹੈ, ਜਾਂ ਮੈਨੂੰ ਇਹ ਕਥਾ ਦੀ ਲੋੜ ਹੈ, ਫਿਲਸਫਾ ਗੋਟਣ ਦੀ ਲੋੜ ਹੈ। ਪਰਿਵਾਰ ਦੀ ਯਾਦ ਤੇ ਆਪੇ ਆਉਂਦੀ। ਮਿੱਤਰ ਦੀ ਯਾਦ, ਪੁੱਤਰ ਦੀ ਯਾਦ, ਪਤੀ ਦੀ ਯਾਦ, ਪਤਨੀ ਦੀ ਯਾਦ, ਭਰਾਵਾਂ ਦੀ ਯਾਦ ਤੇ ਆਪੇ ਆਉਂਦੀ ਹੈ। ਕੋਈ ਵਾਜਾ ਵਜਾਉਣ ਦੀ ਲੋੜ ਨਹੀਂ, ਕੋਈ ਫਿਲਸਫਾ ਗੋਟਣ ਦੀ ਲੋੜ ਨਹੀਂ। ਧਨ ਸੰਪਦਾ ਦੀ ਯਾਦ ਆਪਣੇ ਆਪ ਆਉਂਦੀ ਹੈ, ਕਿਸੇ ਕੋਲ ਪ੍ਰੇਰਨਾ ਲੈਣ ਦੀ ਲੋੜ ਨਹੀਂ। ਪਰ ਪਰਮਾਤਮਾ ਦੀ ਯਾਦ, ਉਹ ਯਾਦ ਆਵੇ, ਪਾਠ ਕਰੋ, ਪੂਜਾ ਕਰੋ, ਮੰਦਰ ਮਸਜਿਦ ਗੁਰਦੁਆਰੇ ਜਾਓ, ਕੀਰਤਨ ਸੁਣੋ, ਕੀਰਤਨ ਕਰੋ, ਕਥਾ ਸੁਣੋ, ਕਥਾ ਕਰੋ। ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿਣਾ, ਇਹ ਸਭ ਕੁਝ ਕਰਦਿਆਂ ਵੀ ਉਹ ਯਾਦ ਨਹੀਂ ਆਉਂਦਾ, ਨਹੀਂ ਆਉਂਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸ ਨੂੰ ਯਾਦ ਨਹੀਂ ਕਰਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਵੀ ਨਹੀਂ ਕਰਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਉਹਦੇ ਲਈ ਮਨੁੱਖ ਕੋਲ ਕੋਈ ਸਮਾਂ ਨਹੀਂ ਹੈ, ਕੋਈ ਵਕਤ ਨਹੀਂ। ਇਹ ਸਤਸੰਗ, ਇਹ ਕਥਾ ਕੀਰਤਨ, ਇਹ ਗੁਰਬਾਣੀ ਵਿਚਾਰ, ਇਹ ਸਤਿਗੁਰੂ ਦੇ ਅਗੰਮੇ ਸ਼ਬਦ ਮਹਿਜ਼ ਇਸ ਵਾਸਤੇ ਨੇ ਕਿਧਰੇ ਸੁਣਦਿਆਂ ਸੁਣਦਿਆਂ ਮਨ ਪ੍ਰਮਾਤਮਾ ਤੋਂ ਪ੍ਰਭਾਵਿਤ ਹੋ ਜਾਏ। ਸਤਸੰਗ ਕੀਤਾ ਆ ਉਸ ਦਿਨ ਸਫਲ ਸਮਝ ਲਓ, ਜਿਸ ਦਿਨ ਮਨ ਪ੍ਰਮਾਤਮਾ ਤੋਂ ਪ੍ਰਭਾਵਿਤ ਹੋ ਜਾਏ। ਜਿੰਨੇ ਚਿਰ ਤੱਕ ਪ੍ਰਭਾਵਿਤ ਨਹੀਂ ਹੋਇਆ, ਸਤਸੰਗੀ ਹੋਣ ਦਾ ਇਹ ਯਤਨ ਤੇ ਕਰਦਾ ਪਿਆ, ਸਤ ਨਾਲ ਸੰਗ ਨਹੀਂ ਹੋਇਆ। ਸਤਸੰਗ ਕਹਿੰਦੇ ਨਾ, ਸਤ ਤੇ ਪ੍ਰਮਾਤਮਾ ਹੈ, ਉਹਦੇ ਨਾਲ ਸੰਗ ਹੋ ਜਾਏ ਤੇ ਸਤਸੰਗੀ। 10,000 ਮਨੁੱਖ ਕਿਧਰੇ ਮੰਦਰ ਮਸਜਿਦ ਗੁਰਦੁਆਰੇ ਬੈਠੇ ਹਨ, ਕਹਿ ਸਕਦੇ ਹਾਂ ਕੋਈ ਕਦ ਸਤਸੰਗੀ ਹੋਵੇਗਾ। ਬਾਕੀ ਸਤਸੰਗੀ ਹੋਣ ਦਾ ਯਤਨ ਪੈ ਕਰਦੇ, ਕੋਸ਼ਿਸ਼ ਪੈ ਕਰਦੇ। ਸਤਸੰਗੀ ਹੋਣਾ ਕੋਈ ਬੱਚਿਆਂ ਦੀ ਖੇਲ ਨਹੀਂ ਹੈ। ਇਹ ਵੀ ਮੈਂ ਸਤ ਨਾਲ ਸੰਗ ਹੋ ਗਿਆ, ਪਰਮਾਤਮਾ ਨਾਲ ਸੰਗ ਹੋ ਗਿਆ। ਇਹ ਮਾੜੇ ਮੋਟੇ ਕਿਧਰੇ ਮਨਿਸਟਰ ਚੌਧਰੀ ਨਾਲ ਬੰਦੇ ਦਾ ਸੰਗ ਹੋ ਜਾਏ ਤੇ ਬੰਦੇ ਦੇ ਪੈਰ ਜ਼ਮੀਨ ਤੇ ਨਹੀਂ ਟਿਕਦੇ। ਉਹ ਸਤ ਜੋ ਮਹਾ ਸ਼ਕਤੀ ਹੈ, ਜਗਤ ਦਾ ਕਰਤਾ ਹੈ, ਉਹਦੇ ਨਾਲ ਸੰਗ ਹੋ ਜਾਏ, ਮਨੁੱਖ ਤੇ ਮਾਲਾ ਮਾਲ ਹੋ ਜਾਂਦਾ। ਸਤਸੰਗੀ ਰੋਜ਼ ਰੋਜ਼ ਸਤਸੰਗ ਦੇ ਵਿੱਚ ਆਉਣਾ ਹੈ ਤੇ ਸਤ ਦੀ ਗੱਲ ਸੁਣਨੀ ਹੈ। ਕੀਰਤਨ ਰਾਹੀਂ, ਕਥਾ ਰਾਹੀਂ ਪਾਠ ਕਰਨਾ ਹੈ, ਜਪ ਕਰਨਾ ਹੈ, ਤਾਂ ਕਿ ਕਿਸੇ ਦਿਨ ਮਨ ਸਤ ਤੋਂ ਪ੍ਰਭਾਵਿਤ ਹੋ ਜਾਏ। ਜਿਸ ਦਿਨ ਪ੍ਰਭਾਵਿਤ ਹੋ ਜਾਏ ਤਾਂ ਕਬੀਰ ਕਹਿੰਦੇ ਨੇ, ਬਿਸਰਤ ਨਾਹੀ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾ ਪਰਬਲ ਬਈ, ਬਿਖਮ ਨਾ ਜਾਏ ਜਰੀ। ਹੁਣ ਇਤਨੀ ਪਰਬਲ ਪ੍ਰੀਤ ਪੈਦਾ ਹੋ ਗਈ ਹੈ, ਪ੍ਰਭੂ ਬੋਲਦਾ ਹੀ ਨਹੀਂ। ਮਨੁੱਖ ਨੇ ਪ੍ਰਭੂ ਨੂੰ ਭੁਲਾਇਆ ਹੈ, ਗਵਾਇਆ ਨਹੀਂ, ਗਵਾ ਨਹੀਂ ਸਕਦਾ। ਕਿਉਂ? ਜਨਮ ਜੀਵਨ ਮਰਨ ਸਭ ਪ੍ਰਮਾਤਮਾ ਦੇ ਚੇਤੇ ਵਿਆਪਕ ਹੈ, ਉਹ ਤੇ ਇੱਕ ਸ਼ਕਤੀ ਹੈ। ਇਹਦੇ ਉੱਤੇ ਜਿਹੜਾ ਮੈਂ ਇੱਕ ਉਦਾਹਰਣ ਦੇਣਾ ਹੁੰਦਾ, ਉਹ ਵੀ ਦੇ ਦਿਆਂ, ਛੇਤੀ ਸਮਾਪਤੀ ਕਰੀਏ। ਇੱਕ ਮੱਛਲੀ ਆਪਣੇ ਜਨਮ ਅਸਥਾਨ ਤੋਂ ਹਜ਼ਾਰਾਂ ਮੀਲ ਦੂਰ ਜਾ ਸਕਦੀ ਹੈ, ਅਕਸਰ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ। ਇੱਕ ਮੱਛਲੀ ਆਪਣੇ ਪਰਿਵਾਰ ਤੋਂ ਹਜ਼ਾਰਾਂ ਮੀਲ ਦੂਰ ਜਾ ਸਕਦੀ ਹੈ, ਔਰ ਅਕਸਰ ਵਾਕਈ ਉਹ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ। ਇੱਕ ਮੱਛਲੀ ਆਪਣੇ ਇਲਾਕੇ ਤੋਂ ਬਹੁਤ ਦੂਰ ਜਾ ਸਕਦੀ ਹੈ, ਔਰ ਅਕਸਰ ਬਹੁਤ ਦੂਰ ਚਲੀ ਜਾਂਦੀ ਹੈ। ਲੱਖ ਵੀ ਯਤਨ ਕਰੇ ਮੱਛਲੀ, ਪਾਣੀ ਤੋਂ ਦੂਰ ਨਹੀਂ ਜਾ ਸਕਦੀ। ਜਿੱਥੇ ਜਾਏਗੀ ਪਾਣੀ ਤੇ ਹੈ,
ਭਾਵੇਂ ਪ੍ਰਸ਼ਾਂਤ ਮਹਾਸਾਗਰ 'ਚ ਹੋਵੇ, ਭਾਵੇਂ ਹਿੰਦ ਮਹਾਸਾਗਰ ਦੇ 'ਚ ਹੋਵੇ, ਭਾਵੇਂ ਅਰਬ ਦੀ ਖਾੜੀ ਦੇ 'ਚ ਹੋਵੇ ਤੇ ਭਾਵੇਂ ਐਟਲਾਂਟਿਕ ਦੇ 'ਚ ਹੋਵੇ, ਸਾਗਰ ਤੇ ਸਾਰਾ ਇੱਕੋ ਹੀ ਹੈ। ਦੂਰ ਜਾ ਸਕਦੀ ਹੈ, ਪਾਣੀ ਤੋਂ ਦੂਰ ਨਹੀਂ ਜਾ ਸਕਦੀ, ਪਰਿਵਾਰ ਤੋਂ ਦੂਰ ਜਾ ਸਕਦੀ ਹੈ, ਜਨਮ ਸਥਾਨ ਤੋਂ ਦੂਰ ਜਾ ਸਕਦੀ ਹੈ, ਆਪਣੇ ਇਲਾਕੇ ਤੋਂ ਦੂਰ ਜਾ ਸਕਦੀ ਹੈ, ਸਾਗਰ ਤੋਂ ਦੂਰ ਨਹੀਂ ਜਾ ਸਕਦੀ। ਮਨੁੱਖ ਇਹ ਵੀ ਆਪਣੇ ਵਤਨ ਤੋਂ ਦੂਰ ਜਾ ਸਕਦਾ ਹੈ, ਔਰ ਬੇਸ਼ਤਰ ਕਈ ਲੋਕ ਆਪਣੇ ਵਤਨ ਤੋਂ ਬਹੁਤ ਦੂਰ ਚਲੇ ਜਾਂਦੇ ਹਨ। ਇੱਕ ਮਨੁੱਖ ਆਪਣੇ ਜਨਮ ਅਸਥਾਨ ਤੋਂ ਬਹੁਤ ਦੂਰ ਜਾ ਸਕਦਾ ਹੈ, ਔਰ ਅਕਸਰ ਕਈ ਚਲੇ ਜਾਂਦੇ ਹਨ। ਇੱਕ ਮਨੁੱਖ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦਾ ਹੈ, ਔਰ ਕਈ ਚਲੇ ਜਾਂਦੇ ਨੇ। ਲੱਖ ਵੀ ਯਤਨ ਕਰੇ, ਮਨੁੱਖ ਨਿਰੰਕਾਰ ਤੋਂ ਦੂਰ ਨਹੀਂ ਜਾ ਸਕਦਾ। ਉਸੇ ਦੇ ਵਿੱਚ ਜੀਵਨ ਮਰਨ ਹੈ, ਜਨਮ ਹੈ। ਜਿਵੇਂ ਮਛਲੀ ਦਾ ਜਨਮ ਜੀਵਨ ਮਰਨ ਸਾਗਰ ਦੇ 'ਚ ਹੈ, ਸਭ ਕੁਝ ਤੇ ਪ੍ਰਮਾਤਮਾ ਦੇ 'ਚ ਹੈ। ਉਸ ਨੂੰ ਗਵਾਇਆ ਨਹੀਂ, ਭੁਲਾਇਆ ਹੈ। ਭੁੱਲਿਆ ਕਿਉਂ ਹੈ? ਦਿਖਾਈ ਨਹੀਂ ਦਿੰਦਾ। ਦਿਖਾਈ ਕਿਉਂ ਨਹੀਂ ਦਿੰਦਾ? ਦੂਰੀ ਹੋਣ ਕਰਕੇ ਨਹੀਂ, ਦਿਖਾਈ ਇਸ ਵਾਸਤੇ ਨਹੀਂ ਦਿੰਦਾ, ਨੇੜੇ ਨਹੀਂ ਹੈ, ਬਹੁਤ ਨੇੜੇ ਹੈ। ਦੂਰ ਹੋਵੇ ਤੇ ਸ਼ਾਇਦ ਦੂਰਬੀਨ ਨਾਲ ਵੇਖ ਲਈਏ, ਬਹੁਤ ਨੇੜੇ ਹੈ। ਜੈਸੇ ਮੈਂ ਅੱਖਾਂ ਦੇ ਉੱਤੇ ਤਸਵੀਰ ਰੱਖ ਲਵਾਂ, ਨਹੀਂ ਦੇਖ ਸਕਾਂਗਾ। ਦੇਖਣ ਵਾਸਤੇ ਕੁਝ ਦੂਰੀ ਚਾਹੀਦੀ ਹੈ। ਜੈਸੇ ਮੈਂ ਅੱਖਾਂ ਦੇ ਉੱਤੇ ਕਿਤਾਬ ਰੱਖ ਲਵਾਂ, ਅੱਖਰ ਨਹੀਂ ਦਿਖਾਈ ਦੇਣਗੇ। ਅੱਖਰ ਦਿਸਣ ਕੋਈ ਥੋੜੀ ਦੂਰੀ ਚਾਹੀਦੀ ਹੈ। ਅੱਖ ਦੇ 'ਚ ਕੋਈ ਰੜਕ ਪੈ ਜਾਂਦੀ ਹੈ, ਅਸੀਂ ਦੂਸਰੇ ਨੂੰ ਕਹਿੰਦੇ ਹਾਂ, ਜ਼ਰਾ ਦੇਖ ਮੇਰੀ ਅੱਖ ਦੇ 'ਚ ਕੀ ਪੈ ਗਿਆ। ਹੱਦ ਹੋ ਗਈ। ਅੱਖਾਂ ਸੂਰਜ ਚੰਦ ਤਾਰਿਆਂ ਨੂੰ ਦੇਖਦੀਆਂ, ਪਹਾੜਾਂ ਨੂੰ ਦੇਖਦੀਆਂ, ਮਨੁੱਖਾਂ ਦੀ ਭੀੜ ਨੂੰ ਦੇਖਦੀਆਂ। ਇੱਕ ਨਿੱਕੀ ਜਿਹੀ ਰੜਕ ਅੱਖ ਦੇ 'ਚ ਪੈ ਗਈ ਹੈ, ਅੱਖ ਨੂੰ ਨਹੀਂ ਦਿਖਾਈ ਦਿੰਦੀ। ਕਿਉਂ? ਬਹੁਤ ਨੇੜੇ ਹੈ, ਬਹੁਤ ਨੇੜੇ, ਬਹੁਤ ਨੇੜੇ। ਅੱਖ ਦੇ 'ਚ ਰੜਕ ਪੈ ਗਈ ਹੈ, ਅੱਖ ਦੇਖਣ ਦੇ 'ਚ ਅਸਮਰਥ ਹੈ। ਤੇ ਜਿਹੜਾ ਅੱਖਾਂ ਦੇ ਵਿੱਚ ਹੀ ਰਮਿਆ ਹੋਇਆ ਹੈ, ਰੋਮ ਰੋਮ ਦੇ 'ਚ ਰਮਿਆ ਹੋਇਆ ਹੈ, ਇਹ ਅੱਖਾਂ ਉਸ ਨੂੰ ਕਿਸ ਤਰ੍ਹਾਂ ਵੇਖਣਗੇ? ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨਾਨਕ ਸੇ ਅਖਣੀਆਂ ਬੇਅਨ, ਜਿਨੇ ਦਿਸੰਦੋ ਮਾਂ ਪੀਰੀ। ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਇਹ ਅਨੁਭਵ ਦੀ ਅੱਖੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਮੰਗ ਕੀਤੀ ਸੀ। ਯਾ ਇਲਾਹੀ ਚਸ਼ਮੇ ਬੀਨਾ ਏ ਬਿਰੇ। ਇਹਨੂੰ ਤੀਜੀ ਅੱਖ ਵੀ ਕਹਿੰਦੇ ਨੇ, ਤੀਜਾ ਨੇਤਰ। ਸਾਡੇ ਹਿੰਦੂ ਵੀਰ ਇੱਥੇ ਵਿਚਕਾਰ ਤਿਲਕ ਲਾਉਂਦੇ ਨੇ, ਕਹਿੰਦੇ ਨੇ ਅਨੁਭਵ ਨੇਤਰ ਇੱਥੇ ਹੀ ਹੈ, ਇੱਥੇ ਹੀ ਪ੍ਰਕਾਸ਼ ਹੁੰਦਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਬਿਰੇ। ਹੇ ਮੇਰੇ ਇਲਾਹੀ, ਹੇ ਮੇਰੇ ਗੁਰੂ, ਉਹ ਅੱਖਾਂ ਦੇ ਜਿਹਦੇ ਨਾਲ ਤੂੰ ਦਿਖਾਈ ਦੇਵੇਂ, ਮੈਂ ਤੈਨੂੰ ਵੇਖ ਸਕਾਂ। ਕਿਆ ਗੁਰੂ ਗੋਬਿੰਦ ਸਿੰਘ ਉਸ ਨੂੰ ਦਿਖਾਈ ਨਹੀਂ ਦਿੰਦੇ ਸਨ? ਦਿਖਾਈ ਦਿੰਦੇ ਸਨ। ਪਰ ਗੁਰੂ ਗੋਬਿੰਦ ਸਿੰਘ ਜੀ ਕੀ ਨੇ, ਕੀ ਨੂਰ ਨੇ, ਕੀ ਚਾਨਣ ਨੇ। ਇਹਨੂੰ ਵੇਖਣ ਵਾਸਤੇ ਤੇ ਅਨੁਭਵ ਦੀ ਅੱਖ ਚਾਹੀਦੀ ਸੀ। ਇਹਨਾਂ ਅੱਖਾਂ ਨਾਲ ਖੇਡ ਨਹੀਂ ਬਣਦੀ। ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ, ਦਰ ਸਰਮ ਅਜ਼ ਇਸ਼ਕੇ ਸੌਦਾ ਏ ਬਿਦੇ। ਮੇਰੇ ਸਿਰ ਦੇ 'ਚ ਉਹ ਪਿਆਰ ਦੇ ਕਿ ਇੱਕ ਦਫਾ ਦੁਨੀਆ ਕਹਿ ਦੇ ਨੰਦ ਲਾਲ ਪਾਗਲ ਹੋ ਗਿਆ, ਸੁਦਾਈ ਹੋ ਗਿਆ। ਮਹਾਰਾਜ ਅਜੇ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ, ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਮੈਨੂੰ ਕਿਸੇ ਨੇ ਪਾਗਲ ਨਹੀਂ ਆਖਿਆ। ਕਾਰਨ ਪਾਗਲ ਅਕਲ ਤੋਂ ਥੱਲੇ ਜੀਵਦਾ ਹੈ, ਸਮਾਜ ਤੋਂ ਥੱਲੇ ਜੀਵਦਾ ਹੈ। ਸਮਾਜ ਉਸ ਤੇ ਤਰਸ ਵੀ ਖਾਂਦਾ ਹੈ। ਸੰਤ ਤੇ ਭਗਤ ਅਕਲ ਤੋਂ ਉੱਪਰ ਉੱਠਦਾ ਹੈ, ਸਮਾਜ ਤੋਂ ਉੱਪਰ ਉੱਠ ਜਾਂਦਾ ਹੈ। ਉਹ ਵੀ ਸਮਾਜ ਦੇ ਤਲ ਤੇ ਨਹੀਂ ਜੀਵਦਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹਦੇ ਨਾਲ ਸਮਾਜ ਨੂੰ ਜ਼ਰਾ ਚੋਟ ਲੱਗਦੀ ਹੈ, ਹੰਕਾਰ ਨੂੰ ਚੋਟ ਲੱਗਦੀ ਹੈ ਸਮਾਜ ਦੇ। ਇੱਕ ਸਮਾਜ ਕਤਈ ਇਤਨਾ ਪਾਗਲ ਦਾ ਵਿਰੋਧੀ ਨਹੀਂ ਹੁੰਦਾ ਜਿਤਨਾ ਸੰਤ ਦਾ ਵਿਰੋਧੀ ਹੁੰਦਾ ਹੈ। ਚੋਟੀ ਦੇ ਸੰਤ ਸਿੰਘਾਸਣਾ ਤੇ ਨਹੀਂ ਨੇ, ਉਹ ਤੇ ਤੱਤੀ ਤਵੀ ਤੇ ਨੇ, ਜਾਂ ਸੂਲੀ ਤੇ ਲਟਕੇ ਹੋਏ ਨੇ, ਜਾਂ ਜ਼ਹਿਰ ਦਾ ਪਿਆਲਾ ਪੀ ਰਹੇ ਨੇ, ਜਾਂ ਦੀਵਾਰਾਂ ਦੇ ਚਿਣੇ ਜਾ ਰਹੇ ਨੇ।
ਜਾਂ ਦਿੱਲੀ ਦੇ ਚਾਂਦਨੀ ਚੌਂਕ ਦੇ 'ਚ ਆਪਣਾ ਗਲਾ ਕਟਵਾ ਰਹੇ ਨੇ। समाज ने कबूल नहीं किया। संत जो समाज तो ऊपर उठ गए, भगतां ते संसारियां जोड़ कदे ना आया, अकल तो ऊपर उठ गए। ज़ौक़ इसनूं कहंदे ने सरहदे अकल से गुजरे तब पहुंचे। कहंदा अकल दी सरहद टप के जद मैं अगे गया तां रब दे दर तक पहुंचे। इनू डॉक्टर मुहम्मद इकबाल बड़े आलमाना ढंग नाल बयान करदा है। तेरे सीने में दम है, दिल नहीं है, तेरा दम गर्म ये महफिल नहीं है, निकल जा अकल से आगे के ये नूर, चिरागे राह है मंजिल नहीं है। ये अकल दा दीवा सिर्फ रस्ते दा चानना ते है, मंजिल नहीं है, अगे लंघ, अगे लंघ। और इनू अमीर मिनाई बड़े आलमाना ढंग नाल अपना ढंग नाल बयान करदा है। कहंदे किससे पता पूछें मंजिले जाना, ऐ खुदा मैं तेरा पता किस कोल पूछा, कौन दसे। किससे पता पूछें मंजिले जाना, जिसको खबर थी तेरी वो बेखबर मिला। जिहदे कोल तेरी खबर सी वो ते कुछ कहण जोगा नहीं सी, ते जिहड़े बहुता कहंदे पे इन्हां कोल खबर है कोई नहीं, है कोई। जिसको खबर थी तेरी वो बेखबर मिला। धन गुरु नानक देव जी महाराज नूं जगत ने जो कुछ कहा वो आप कहंदे ने, कोई कहे भूतना को कहे बेताल, कोई कहे आदमी नानक विचारा, पाया दीवाना शाह का नानक बौराना। सारे कहंदे पैने ते पागल हो गया, दीवाना हो गया। लोग कहें कबीर बौराना, कबीर कहंदे ने सारा बनारस मैनू कह रहे है पागल। हुण बनारस वासियां नू कौन दसे, इक्को ही ते बंदा है जिहड़ा सियाणा है, बाकी ते सब पागलां दी भीड़ है, कुछ भी नहीं, कुछ भी नहीं। पर सारे कही जांदे ने कबीर पागल है। लोग कहें कबीर बौराना, कबीर का मरण राम ही जाना। भाई साहब भाई नंदलाल कह रहे ने, या इलाही चश्मे बीना ए बिदे, दर सरम अज इश्क सौदा ए बिदे, सिर दे ओ इश्क दे ओ प्यार दे। दुनिया कह देवे नंदलाल पागल हो गए, सुधाई हो गया। महाराज अजे ते बड़ी सियाणप झलकदी, अजे ते मैनू ज्ञान दा बड़ा हंकार, अजे ते मैं कवि हाँ, अजे ते मैं शायर हाँ। मैं खुद नू भी ऐसा समझदा, लोकी भी सन्मान करते ने। अजे जगत ने मैनू पागल नहीं आख्या। भगत होना बड़ा औखा है, उहदा समाज नाल तालमेल नहीं बैठता। भगत होना बहुत कठिन है, उहदा संसार नाल तालमेल नहीं बैठता। उपर उठ जाता है, मनुखता तो भी उपर उठ जाता है, उही रब दा रूप हो जाता है। कहंदे ने परमात्मा दा प्रत्यक्ष रूप वास्तविक कौन है, हर का भगत सो हर ही जय। संत राम में भेद कछ नाई, एक जन कई मैं लाख करोरी। भगत कबीर ते इत्थे तक कहते ने, बिगड़ियो कबीरा राम दुआई, साच भयो अन कथे ना जाए। ऐसा कबीर सतसंग दे च बदले है, हुण कबीर सच हो गया। हुण सच ते परमात्मा है, कबीर कहते ने कबीर भी सच हो गए। भावें परमात्मा सागर सी ते कबीर बूंद सी, पर ये बूंद हुण बूंद नहीं रही, सागर दे च लीन हो गई है। अब तो जाए चढ़े सिंहासन, मिले हैं सारंग पानी, राम कबीरा एक भय है, कोई न सके पछानी। इसे नूं गुरु तेग बहादुर साहब जी महाराज कहते, नानक लीन भयो गोविंद सिंह, ज्यों पानी संग पानी। मनुख दा इक्को ही भविष्य है, परमात्मा होना। और जितने चिर तक हो नहीं जाता, जमदा रहेगा, मरदा रहेगा, दुखी रहेगा, संतापग्रस्त रहेगा। इन्हों कुछ भी मिल जाए, सता मिल गई है, प्रभुता मिल गई है, धन संपदा मिल गई है, दुख ते रहेगा। चोटी दे धनवान थानू दुखी मिलणगे, चोटी दे सताधारी थानू बेचैन मिलणगे। लंबे चौड़े परिवारां वाले, शानो शौकत वाले बेजार ते परेशान मिलणगे। दुख ते बनया रहेगा, नहीं जाएगा। परमात्मा दा मिलना ही सुख दा मिलना है।
बाकी तो सिर्फ आभास ही आउंदा है और कुछ भी नहीं है। तो सब दा भविष्य यही है। ਇਹ ਕਾਨਪੁਰ ਦੀ ਗੱਲ ਹੈ, ਪਿਛਲੇ ਸਾਲ ਅੰਮ੍ਰਿਤ ਵੇਲੇ ਮੈਨੂੰ ਕਿਸੇ ਨੇ ਫੋਨ ਕੀਤਾ ਦਿੱਲੀ ਤੋਂ, ਨਾਲ ਸਾਰੇ ਸਾਥੀ ਬੈਠੇ ਸਨ। ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਵੀ ਹੋ? ਮੈਂ ਕਿਹਾ ਚਲੋ ਤੁਸੀਂ ਇਸ ਤਰ੍ਹਾਂ ਸਮਝਦੇ ਹੋ ਤੇ ਠੀਕ ਹੈ। ਸਾਡਾ ਭਵਿਸ਼ ਦੱਸੋਗੇ? ਤੁਸੀਂ 21-22 ਤਰੀਕ ਨੂੰ ਆ ਰਹੇ ਹੋ ਦਿੱਲੀ, ਪਿਛਲੇ ਸਾਲ ਦੀ ਗੱਲ ਹੈ, ਫਰਵਰੀ ਦੀ। ਅਸੀਂ ਤੁਹਾਡੇ ਕੋਲ ਭਵਿਸ਼ ਪੁੱਛਣ ਆਵਾਂਗੇ। ਮੈਂ ਕਿਹਾ ਉਹ ਤੇ ਬੜੀ ਦੂਰ ਹੈ ਡੇਟ, ਮੈਂ ਹੁਣੇ ਹੀ ਤੁਹਾਨੂੰ ਦੱਸ ਦੇਣਾ। ਫੋਨ ਤੇ ਦੱਸੋਗੇ? ਹਾਂ, ਮੈਂ ਫੋਨ ਤੇ ਦੱਸਾਂਗਾ। तो मेरा भविष्य की है? मैं कहा तेरा भविष्य परमात्मा होना ही तेरा भविष्य है, सारियां दा भविष्य है परमात्मा होना, और कुछ भी नहीं। जिन्ने चिर तक हो नहीं जाएगा, जमदा रहेगा, मरदा रहेगा, दुखी रहेगा, संतापग्रस्त रहेगा, कहंदे ऐ भी कोई गल है, तो इसदा मतलब परमात्मा ते फिजूल जियां गल है, इन्हूं कोई वैल्यू नहीं देंदे। हर मनुख दा भविष्य है ईश्वर होना, हर बूंद का भविष्य है सागर होना, हर नदी का भविष्य है सागर होना, हर जीवन धारा का भविष्य है परमात्मा होना। बिगड़ियो कबीरा राम दुहाई, साच भयो अन कदे न जाई। सतगुर रहमत करन, विचारां सरवण करदियां करदियां परमात्मा का मन ते प्रभाव पवे, ते प्रभाव पैंदियां उहदी याद चल पैंदी है। फिर वाहिगुरू आखना रसदायक हो जाता है, फिर बाणी पढ़ना उहदी याद बन जाता है, फिर कीर्तन करना उहदी याद है, फिर कीर्तन सुनना उहदी याद है। सतगुर ये सौगात तुहाडी झोली पावे। इतनी सेवा इस वक्त कबूल करनी, प्रवान करनी सारियां दा और मुखी सज्जणा दा बार बार धन्यवाद। भुल चुक दी क्षमा। वाहिगुरू जी का खालसा।